ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭੁਲੰਦਰ ਸਿੰਘ ਵਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਪ੍ਰੋਗਰਾਮ ਨਜ਼ਰੀਆ। ਅੱਜ ਸਾਡਾ ਇਹ ਨਜ਼ਰੀਆ ਪ੍ਰੋਗਰਾਮ ਉਹਨਾਂ ਲੋਕਾਂ ਲਈ ਖਾਸ ਹੈ ਜੋ ਸਮਾਜ ਨੂੰ ਸਿਰਫ ਇੱਕੋ ਨਜ਼ਰ ਨਾਲ ਵੇਖਣਾ ਚਾਹੁੰਦੇ ਨੇ, ਜਾਂ ਫਿਰ ਇਹ ਕਹ ਲਓ ਕਿ ਉਹ ਲੋਕ ਇੱਕੋ ਨਜ਼ਰ ਨਾਲ ਹੀ ਵੇਖਦੇ ਨੇ। ਸੜਕ ਤੇ ਕੋਈ ਹਾਦਸਾ ਹੋਵੇ ਤਾਂ ਜ਼ਖਮੀ ਦੀ ਮਦਦ ਕਰਨ ਦੀ ਬਜਾਏ ਆਪਣੇ ਮੋਬਾਈਲ ਨਾਲ ਵੀਡੀਓ ਬਣਾਉਣ ਦੀ ਤਰਜੀਹ ਦਿੱਤੀ ਜਾਂਦੀ ਹੈ। ਕਿਸੇ ਦੇ ਖਿਲਾਫ ਬੋਲਣਾ ਤਾਂ ਇਹ ਲੋਕ ਬਹੁਤ ਚੰਗੀ ਤਰ੍ਹਾਂ ਕਰਦੇ ਨੇ, ਪਰ ਜਦੋਂ ਖੁਦ ਤੇ ਬੀਤਦੀ ਹੈ ਤਾਂ ਮੂੰਹੋਂ ਇੱਕ ਵੀ ਸ਼ਬਦ ਨਹੀਂ ਨਿਕਲਦਾ। ਸੋਸ਼ਲ ਮੀਡੀਆ ਤੇ ਗਲਤ ਅਫਵਾਹ ਨੂੰ ਸੁਣ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਇਹਨਾਂ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਹੈ। ਪਰ ਸਵਾਲ ਇਹ ਹੈ ਕਿ ਆਖਰ ਇਹ ਲੋਕ ਕੌਣ ਨੇ, ਇਹਨਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ, ਕੀ ਹੈ ਇਹਨਾਂ ਦਾ ਰੰਗ ਰੂਪ? ਤਾਂ ਜਨਾਬ ਝਾਤੀ ਮਾਰੋ ਆਪਣੇ ਅੰਦਰ, ਸ਼ਾਇਦ ਤੁਹਾਡੇ ਅੰਦਰ ਵੀ ਕਿਤੇ ਨਾ ਕਿਤੇ ਇਹ ਇਨਸਾਨ ਜ਼ਰੂਰ ਮੌਜੂਦ ਹੈ। ਅੱਜ ਕੱਲ ਹਰ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਪਸਰਿਆ ਹੋਇਆ ਅਤੇ ਹਰ ਕੋਈ ਘਰ ਵਿੱਚ ਆਪਣੇ ਆਪ ਨੂੰ ਮਹਿਫੂਜ਼ ਸਮਝ ਪਾ ਰਿਹਾ ਹੈ। ਪਰ ਜੇ ਕਿਤੇ ਪਤਾ ਚੱਲ ਜਾਏ ਕਿ ਤੁਹਾਡੇ ਗੁਆਂਢ ਵਿੱਚ ਰਹਿੰਦੇ ਪਰਿਵਾਰ ਵਿੱਚੋਂ ਕੋਈ ਵਿਅਕਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ, ਤਾਂ ਲਾਜ਼ਮੀ ਤੌਰ ਤੇ ਸਾਨੂੰ ਪਰਿਵਾਰ ਦੇ ਨਾਲ ਹਮਦਰਦੀ ਜ਼ਰੂਰ ਜ਼ਾਹਰ ਕਰਨੀ ਚਾਹੀਦੀ ਹੈ। ਪਰ ਹੋ ਕੀ ਰਿਹਾ ਹੈ, ਇਸ ਦੇ ਉਲਟ ਸਾਡਾ ਸਮਾਜ ਉਸ ਪਰਿਵਾਰ ਤੋਂ ਆਪਣਾ ਨਾਤਾ ਹੀ ਤੋੜ ਰਿਹਾ ਹੈ। ਭਾਵੇਂ ਸਾਨੂੰ ਸੋਸ਼ਲ ਡਿਸਟੈਂਸਿੰਗ ਵਰਤਣੀ ਚਾਹੀਦੀ ਹੈ, ਪਰ ਫੋਨ ਦੇ ਜ਼ਰੀਏ ਅਸੀਂ ਪਰਿਵਾਰ ਦਾ ਹਾਲ ਚਾਲ ਤਾਂ ਪੁੱਛ ਹੀ ਸਕਦੇ ਹਾਂ। ਪਰ ਸਾਡੇ ਸਮਾਜ ਵਿੱਚ ਵਿਚਰਦੇ ਕੁਝ ਲੋਕ ਉਹਨਾਂ ਨੂੰ ਆਪਣੇ ਗੁਆਂਢ ਤੋਂ ਹੀ ਦੂਰ ਭੇਜਣਾ ਚਾਹੁੰਦੇ ਨੇ। ਇੱਥੋਂ ਤੱਕ ਕਿ ਜੇਕਰ ਕਿਸ ਨੂੰ ਇਹਤਿਆਤ ਦੇ ਤੌਰ ਤੇ ਘਰ ਵਿੱਚ ਹੀ ਕੁਆਰੰਟਾਈਨ ਵੀ ਕੀਤਾ ਗਿਆ ਤਾਂ ਵੀ ਸਮਾਜ ਵਿੱਚ ਮੌਜੂਦ ਕੁਝ ਲੋਕਾਂ ਦੀਆਂ ਨਜ਼ਰਾਂ ਉਸ ਪਰਿਵਾਰ ਦੇ ਪ੍ਰਤੀ ਅਜਿਹੀਆਂ ਹੋ ਜਾਂਦੀਆਂ ਨੇ ਜਿਵੇਂ ਉਹਨਾਂ ਨੇ ਕਿਸੇ ਵੱਡੇ ਅਪਰਾਧ ਨੂੰ ਅੰਜਾਮ ਦੇ ਦਿੱਤਾ ਹੋਵੇ। ਜੀ ਹਾਂ, ਅੱਜ ਸਾਡੇ ਨਾਲ ਜੋ ਮਹਿਮਾਨ ਮੌਜੂਦ ਨੇ ਉਹ ਤੁਹਾਨੂੰ ਇਸ ਸਮਾਜ ਦੀ ਅਸਲੀਅਤ ਦਾ ਚਿਹਰਾ ਵਿਖਾਉਣਗੇ। ਸਾਡੇ ਨਾਲ ਅੱਜ ਮੌਜੂਦ ਨੇ ਕੈਨੇਡਾ ਵਿੱਚ ਸਰੀ ਗ੍ਰੀਨ ਟਿੰਬਰਸ ਤੋਂ ਐਮਐਲਏ ਰਚਨਾ ਸਿੰਘ ਜੀ। ਰਚਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਸ ਖਾਸ ਪ੍ਰੋਗਰਾਮ ਵਿੱਚ। ਥੈਂਕਸ ਫॉर ਹੈਵਿੰਗ ਮੀ। ਥੈਂਕ ਯੂ। ਕੈਲੀਫੋਰਨੀਆ ਤੋਂ ਮਾਰਗਨ ਹਿਲ ਤੋਂ ਸਾਡੇ ਨਾਲ ਮੌਜੂਦ ਨੇ ਡਾਕਟਰ ਕਵਲਜੀਤ ਕੌਰ। ਕਵਲਜੀਤ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ। ਥੈਂਕ ਯੂ। ਸਤਿ ਸ਼੍ਰੀ ਅਕਾਲ। ਅਤੇ ਸਾਡੀ ਤੋਂ ਖਾਸ ਤੌਰ ਤੇ ਮੌਜੂਦ ਨੇ ਗੁਰਲੀਨ ਕੌਰ ਜੀ। ਗੁਰਲੀਨ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਗੁਰਲੀਨ ਕੌਰ ਜੀ ਬਾਰੇ ਦਰਸ਼ਕਾਂ ਨੂੰ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਗੁਰਲੀਨ ਜੀ ਉਹਨਾਂ ਲੋਕਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਕੁਝ ਸਮੇਂ ਦੇ ਲਈ ਕੁਆਰੰਟਾਈਨ ਕੀਤਾ ਗਿਆ ਸੀ, ਪਰ ਇਸ ਦੌਰਾਨ ਉਹਨਾਂ ਨਾਲ ਕੀ ਕੁਝ ਵਾਪਰਿਆ ਉਹ ਖੁਦ ਆਪਣੀ ਜ਼ੁਬਾਨੀ ਸਾਡੇ ਨਾਲ ਸਾਂਝਾ ਕਰਨਗੇ। ਗੁਰਲੀਨ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਤੋਂ ਹੀ ਕਰਨਾ ਚਾਹਾਂਗਾ। ਤੁਹਾਡੇ ਤੋਂ ਜਾਣਨਾ ਚਾਹਾਂਗੇ ਆਖਰ ਕਿਹਨਾਂ ਕਾਰਨਾਂ ਕਰਕੇ ਤੁਹਾਨੂੰ ਕੁਆਰੰਟਾਈਨ ਕੀਤਾ ਗਿਆ ਅਤੇ ਕਿਹਨਾਂ ਵੱਲੋਂ ਤੁਹਾਨੂੰ ਨੋਟਿਸ ਭੇਜਿਆ ਗਿਆ ਕਿ ਤੁਹਾਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ। मैं ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਮੇਰੀ ਬੇਟੀ 에ਅਰ ਹੋਸਟੈਸ ਹੈ, ਜਿਸ ਕਰਕੇ ਸਾਡਾ ਘਰ ਸਾਡੇ ਫਲੈਟ ਨੂੰ ਕੁਆਰੰਟਾਈਨ ਕੀਤਾ ਗਿਆ। ਉਹ ਇਸ ਲਈ ਕੀਤਾ ਗਿਆ ਕਿਉਂਕਿ ਜਦੋਂ ਮੇਰੀ ਬੇਟੀ ਨੇ ਫਲਾਈਟ ਕੀਤੀ ਤਾਂ ਉਹਦੇ ਵਿੱਚੋਂ ਇੱਕ ਪਾਇਲਟ ਸੀ ਕੰਪਨੀ ਵਿੱਚ ਜਿਨ੍ਹਾਂ ਦਾ ਕੋਰੋਨਾ ਵਾਇਰਸ ਦਾ ਪੋਜ਼ਿਟਿਵ ਆਇਆ ਕੇਸ। ਤਾਂ ਉੱਥੋਂ ਦੀ ਦੇਖਦੇ ਹੋਏ ਕਿ ਜਿਹੜਾ ਨੇ ਉਸ ਪਾਇਲਟ ਦੇ ਨਾਲ ਜਿਨ੍ਹਾਂ ਕਰੂਜ਼ ਨੇ ਵੀ ਫਲਾਈਟ ਕੀਤੀ ਸੀ ਉਹ ਸਾਰੇ ਦੇ ਫਲੈਟਸ ਦੇ ਬਾਹਰ, ਘਰਾਂ ਦੇ ਬਾਹਰ ਕੁਆਰੰਟਾਈਨ ਕੀਤਾ ਗਿਆ ਸਾਰਿਆਂ ਨੂੰ, ਸਾਰੇ ਕਰੂਜ਼ ਨੂੰ। ਇੱਕ ਤੇ ਇਹ ਮੇਨ ਰੀਜ਼ਨ ਸੀ ਕੁਆਰੰਟਾਈਨ ਕਰਨ ਦਾ। ਤੇ ਜਦੋਂ ਮੇਰੀ ਬੇਟੀ ਨੇ ਉਹਨਾਂ ਨਾਲ ਉਸ ਪਾਇਲਟ ਦੇ ਨਾਲ ਫਲਾਈਟ ਕੀਤੀ ਸੀ, ਉਹ ਆਲਰੇਡੀ 14 ਡੇਜ਼ ਹੋ ਚੁੱਕੇ ਸੀ। ਜਦੋਂ ਹੈਲਥ ਡਿਪਾਰਟਮੈਂਟ ਵਾਲੇ ਸਾਡੇ ਘਰ ਆਏ, ਹੈਲਥ ਡਿਪਾਰਟਮੈਂਟ ਵਾਲਿਆਂ ਨੇ ਸਾਨੂੰ ਸ਼ਾਮ ਨੂੰ ਬੈਲ ਕਰਕੇ ਬੋਲਿਆ ਕਿ ਅਸੀਂ ਹੈਲਥ ਡਿਪਾਰਟਮੈਂਟ ਤੋਂ ਆਏ ਹਾਂ ਤੇ ਇਸ ਨਾਮ ਦਾ ਵਿਅਕਤੀ ਤੁਹਾਡੇ ਘਰ ਰਹਿੰਦਾ। ਮੈਂ ਕਿਹਾ ਹਾਂਜੀ ਰਹਿੰਦਾ। ਕੌਣ ਹੈ? ਤਾਂ ਮੈਂ ਕਿਹਾ ਜੀ ਮੇਰੀ ਬੇਟੀ ਹੈ। ਕੀ ਹੋ ਗਿਆ? ਤਾਂ ਉਹਨਾਂ ਨੇ ਦੱਸਿਆ ਇਸ ਤਰ੍ਹਾਂ ਕਿ ਇੱਕ ਪਾਇਲਟ ਹੈ, ਉਹਨਾਂ ਦਾ ਇਸ ਤਰ੍ਹਾਂ ਪੋਜ਼ਿਟਿਵ। ਤੁਹਾਨੂੰ ਪੁੱਛਣ ਆਇਆ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ, ਸਿੰਪਟਮਸ ਤਾਂ ਨਹੀਂ ਹੈ ਕੋਈ? ਨਹੀਂ ਜੀ, ਸਾਨੂੰ ਦੋਨਾਂ ਨੂੰ ਕੋਈ ਸਿੰਪਟਮ ਨਹੀਂ ਹੈ। ਤਾਂ ਉਹਨਾਂ ਨੇ ਫਿਰ ਵੀ ਉਹਨਾਂ ਨੇ ਸੇਫਟੀ ਵਾਈਜ਼ ਸਮਝ ਲਓ ਕਿ ਉਹਨਾਂ ਨੇ ਕੁਆਰੰਟਾਈਨ ਦਾ ਪੋਸਟਰ ਲਗਾਤਾ ਜੀ। ਹਾਂਜੀ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ? ਕਿਉਂਕਿ ਆਸ-ਪਾਸ ਜਿਵੇਂ ਤੁਹਾਡੇ ਗੁਆਂਢ ਵਿੱਚ ਵੀ ਪਤਾ ਚੱਲਿਆ ਕਿ ਤੁਹਾਡੇ ਘਰ ਦੇ ਬਾਹਰ ਕੁਆਰੰਟਾਈਨ ਦਾ ਪੋਸਟਰ ਲਗਾਇਆ ਗਿਆ, ਸਟicker ਲਗਾਇਆ ਗਿਆ, ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਕਿ ਉਹਨਾਂ ਨੇ ਕੋਈ ਹਮਦਰਦੀ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ, ਜਿਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਹੀ ਕੁਆਰੰਟਾਈਨ ਲਗਾਇਆ, ਤੁਸੀਂ ਸਮਝ ਸਕਦੇ ਹੋ ਕਿ ਕਿਸੇ ਦੇ ਘਰ ਕੁਆਰੰਟਾਈਨ ਦਾ ਮਤਲਬ ਕੀ ਹੈ ਕਿ ਲੋਕੀ ਸੋਚ ਰਹੇ ਕਿ ਛੂਤ ਦੀ ਬਿਮਾਰੀ ਹੈ, ਇਹ ਕੁਆਰੰਟਾਈਨ ਲੱਗ ਗਿਆ ਹੈ, ਇਹ ਪੋਜ਼ਿਟਿਵ ਹੀ ਨਿਕਲ ਕੇ ਜਾਏਗਾ, ਇੱਥੋਂ ਦੀ ਬੰਦਾ ਮਰ ਕੇ ਹੀ ਬਾਹਰ ਜਾ ਸਕਦਾ ਹੈ। ਕੁਆਰੰਟਾਈਨ ਲੱਗ ਗਿਆ ਇਹਦਾ ਮਤਲਬ ਹੈ ਕਿ ਇਸ ਨੂੰ ਬਹੁਤ ਵੱਡੀ ਬਿਮਾਰੀ ਲੱਗ ਗਈ ਹੈ, ਉਹਨੇ 10 ਜਾਂ 12 ਦਿਨ ਤੋਂ ਉੱਪਰ ਨਹੀਂ ਜੀ ਪਾਏਗਾ, ਤਾਂ ਕਰਕੇ 14 ਦਿਨ ਦਾ ਕੁਆਰੰਟਾਈਨ ਕੀਤਾ ਜਾਂਦਾ। ਇੱਥੇ ਲੋਕ ਇਹ ਸਮਝਦੇ ਹੈ ਕਿ ਹੁਣ ਸਾਡੇ ਘਰ ਕੁਆਰੰਟਾਈਨ ਲੱਗਿਆ, ਲੋਕ ਉੱਪਰ ਨੀਚੇ ਦੌੜ ਭੱਜ ਰਹੇ ਹੈ ਦੱਸਣ ਲਈ, ਬੇਤਾਬ ਹੋ ਰਹੇ ਹੈ ਕਿ ਸਾਡੇ ਘਰ ਮਤਲਬ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਫਲੈਟ ਦੇ ਨੇਬਰਸ ਵਿੱਚ ਕੁਆਰੰਟਾਈਨ ਲੱਗਿਆ
ਇਹਨਾਂ ਨੂੰ ਘਰੋਂ ਬਾਹਰ ਨਿਕਾਲਿਆ ਜਾਏ। ਬਹੁਤ ਜਿਹੇ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ, ਆਪਸ ਵਿੱਚ ਗੱਲਾਂ ਕਰ ਰਹੇ ਸੀ। ਜਦੋਂ ਕਿ ਮੈਂ ਤੇ ਮੇਰੀ ਬੇਟੀ ਅਸੀਂ ਦੋਨੋਂ ਸ਼ੌਕ ਵਿੱਚ ਸੀ ਕਿ ਸਾਡੇ ਘਰ ਕੁਆਰੰਟੀਨ ਲੱਗਿਆ ਵਿਦਆਊਟ ਐਨੀ ਕੋਈ ਸਿੰਪਟਮਸ ਨਹੀਂ ਹੈ, ਸਾਨੂੰ ਕੋਈ ਟੈਸਟ ਨਹੀਂ ਕੀਤਾ ਗਿਆ ਤੇ ਫਿਰ ਵੀ ਸਾਡੇ ਘਰ ਚਲੋ ਕੁਆਰੰਟੀਨ ਉਹਨਾਂ ਨੇ ਆਪਣੀ ਸੇਫਟੀ ਲਈ ਲਗਾਤਾ। ਤਾਂ ਪਰ ਫਿਰ ਵੀ ਤੁਸੀਂ ਸੋਚ ਸਕਦੇ ਹੋ ਕਿ ਜੇ ਅਸੀਂ ਕੁਆਰੰਟੀਨ ਦੇ ਅੰਦਰ ਰਹੇ ਤਾਂ ਸਾਡੇ ਤੇ ਕੀ ਬੀਤੀ ਹੋਏਗੀ। ਜੀ, ਤੇ ਆਸ-ਪਾਸ ਜਿਹੜੇ ਗੁਆਂਢ ਸੀ ਉਹਨਾਂ ਦਾ ਕਿਸ ਤਰ੍ਹਾਂ ਦਾ ਵਤੀਰਾ ਸੀ, ਕਿਸ ਤਰ੍ਹਾਂ ਦਾ ਵਰਤਾਓ ਸੀ ਉਸ ਤੋਂ ਬਾਅਦ ਤੁਹਾਡੇ ਨਾਲ? ਬਹੁਤ ਹੀ ਕਹਿ ਸਕਦੇ ਕਿ ਬੱਤਰ ਤਰ੍ਹਾਂ ਦਾ, ਬਹੁਤ ਹੀ ਗੰਦਾ ਵਰਤਾਓ ਸੀ ਉਹਨਾਂ ਦਾ। ਇੱਥੋਂ ਤੱਕ ਕਿ ਸਾਡਾ ਇੱਕ WhatsApp ਗਰੁੱਪ ਬਣਿਆ ਹੋਇਆ ਸਾਰੀ ਸੁਸਾਇਟੀ ਦਾ ਕਿ ਅਸੀਂ ਇੱਕ ਦੂਸਰੇ ਨਾਲ ਆਪਣੇ ਫੈਸਟੀਵਲਸ, ਗੁੱਡ ਈਵਨਿੰਗ, ਗੁੱਡ ਮਾਰਨਿੰਗ ਸਾਰਾ ਕੁਝ ਸ਼ੇਅਰ ਕਰਦੇ ਹਾਂ, ਦੁੱਖ ਸੁੱਖ ਸ਼ੇਅਰ ਕਰਦੇ ਹਾਂ। ਤੇ ਜਦੋਂ ਅਸੀਂ ਅੰਦਰ ਆਏ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਘਰ ਸੀਲ ਨਹੀਂ ਕਰ ਰਹੇ, ਤੁਸੀਂ ਬਾਹਰ ਨਹੀਂ ਨਿਕਲਣਾ, ਬਸ ਤੁਸੀਂ ਆਪਣੇ 2 ਜਣੇ ਰਹਿ ਰਹੇ ਹੋ, ਤੁਸੀਂ ਆਪਣੇ ਫਲੈਟ ਵਿੱਚ ਤੁਸੀਂ ਰਹੋ, ਲੇਕਿਨ ਬਾਹਰ ਨਹੀਂ ਨਿਕਲਣਾ, ਅਸੀਂ ਸੀਲ ਕਰਕੇ ਨਹੀਂ ਜਾ ਰਹੇ ਤੁਹਾਡਾ ਘਰ। ਤਾਂ ਉਹ ਚਲੇ ਗਏ ਤੇ ਜਦੋਂ ਅਸੀਂ ਦੋਨੋਂ ਇੱਕ ਦੂਸਰੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਵੀ ਨਹੀਂ ਸੀ ਕਿ ਉਹ ਮੇਰੀ ਬੇਟੀ ਵੀ ਬਹੁਤ ਸ਼ੌਕ ਸੀ ਕਿ ਵਿਦਆਊਟ ਐਨੀ ਸਿੰਪਟਮ ਸਾਡਾ ਘਰ ਕੁਆਰੰਟੀਨ ਕੀਤਾ ਗਿਆ ਹੈ ਤੇ ਲੋਕ ਸਾਨੂੰ ਇਸ ਤਰ੍ਹਾਂ ਦੇਖ ਰਹੇ ਹੈ। ਤੇ ਜਦੋਂ ਮੈਂ ਮੋਬਾਈਲ ਪਕੜ ਕੇ ਮੈਂ ਆਪਣੇ ਪਾਪਾ ਨੂੰ ਕਾਲ ਕੀਤੀ ਇਸ ਤਰ੍ਹਾਂ ਕਿ ਮੇਰਾ ਪਾਪਾ ਸਾਡਾ ਘਰ ਇਸ ਤਰ੍ਹਾਂ ਹੋ ਗਿਆ ਹੈ ਨਾ, ਕੁਆਰੰਟੀਨ ਕੀਤਾ ਗਿਆ ਹੈ, ਤਾਂ ਦੇਖਿਆ ਕਿ ਉਹਦੇ WhatsApp ਤੇ ਇੰਨੇ ਸਾਰੇ ਮੈਸੇजेस ਦੀ ਝੜੀ ਲੱਗੀ ਹੋਈ ਸੀ। ਮੈਸੇजेस ਕੀ ਸੀ ਕਿ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਇਹ ਵਾਲੇ ਫਲੈਟ ਨੰਬਰ ਜਿਹੜਾ ਹੈ ਕੁਆਰੰਟੀਨ ਕੀਤਾ ਗਿਆ ਹੈ, ਇਹਨਾਂ ਨੂੰ ਘਰੋਂ ਬਾਹਰ ਨਿਕਾਲਿਆ ਜਾਏ। ਸੋ ਰਚਨਾ ਜੀ, ਹੁਣ ਮੈਂ ਤੁਹਾਡੇ ਕੋਲ ਆਵਾਂਗਾ। ਜਿੰਨਾ ਗੁਰਲੀਨ ਜੀ ਨੇ ਸਾਨੂੰ ਦੱਸਿਆ ਕਿ ਕੁਆਰੰਟਾਈਨ ਉਹਨਾਂ ਨੂੰ ਕੀਤਾ ਗਿਆ ਔਰ ਉਸ ਤੋਂ ਬਾਅਦ ਆਸ-ਪਾਸ ਦਾ ਜਿਹੜਾ ਸਾਡਾ ਗੁਆਂਢ ਹੁੰਦਾ, ਨੇਬਰਸ ਹੁੰਦਾ, ਜੋ ਕਿ ਸਾਡੇ ਰਿਲੇਟਿਵਸ ਤੋਂ ਪਹਿਲਾਂ ਸਾਡੀ ਹੈਲਪ ਲਈ ਹਮੇਸ਼ਾ ਤਿਆਰ ਰਹਿੰਦੇ ਨੇ, ਕਿਉਂਕਿ ਰਿਲੇਟਿਵਸ ਹਮੇਸ਼ਾ ਸਾਡੇ ਤੋਂ ਦੂਰ ਰਹਿੰਦੇ ਆ। ਸਾਡੇ ਜਿਹੜੇ ਨੇਬਰਸ ਹੁੰਦੇ ਆ, ਸਾਨੂੰ ਹਮੇਸ਼ਾ ਪਹਿਲਾਂ ਉਹਨਾਂ ਦੀ ਹੈਲਪ ਦੀ ਦਰਕਾਰ ਜ਼ਰੂਰ ਹੁੰਦੀ ਹੈ। ਜਦੋਂ ਗੁਆਂਢ ਵਿੱਚ ਰਹਿੰਦੇ ਹੋਏ ਲੋਕ ਹੀ ਤੁਹਾਡੇ ਤੋਂ ਮੂੰਹ ਫੇਰ ਲੈਣ, ਤੁਹਾਡੇ ਨਾਲ ਜਿਹੜਾ ਵਤੀਰਾ ਹੈ ਅਜੀਬ ਢੰਗ ਨਾਲ ਕਰਨ ਲੱਗਣ, ਤਾਂ ਲਾਜ਼ਮੀ ਤੌਰ ਤੇ ਇੱਕ ਇਨਸਾਨ ਜੋ ਕਿ ਪਹਿਲਾਂ ਹੀ ਜਿਸ ਨੂੰ ਮਦਦ ਦੀ ਦਰਕਾਰ ਹੈ, ਉਹ ਆਖਰ ਜਾਏਗਾ ਕਿੱਥੇ? ਕੀ ਕਹੋਗੇ ਤੁਸੀਂ? No ਜੀ, ਮੈਂ ਤਾਂ ਪਹਿਲਾਂ ਗੁਰਲੀਨ ਹੋਰਾਂ ਨੂੰ I'm really saddened by what has happened to her. ਬਹੁਤ ਹੀ ਦੁੱਖ ਲੱਗਿਆ ਭੈਣ ਜੀ ਕਿ ਤੁਹਾਨੂੰ ਇਹ ਸਾਰਾ ਕੁਝ ਐਕਸਪੀਰੀਅੰਸ ਕਰਨਾ ਪਿਆ। ਔਰ ਮੈਨੂੰ ਦੁੱਖ ਲੱਗਦਾ ਕਿ ਅਸੀਂ ਕਿਵੇਂ ਦੇ ਸਮਾਜ ਵਿੱਚ ਵਿਚਰ ਰਹੇ ਹਾਂ। ਪਰ ਮੈਂ ਇਹ ਕਹੂੰਗੀ ਕਿ ਬਹੁਤ ਜ਼ਿਆਦਾ I would say ਕਿ ਲੋਕਾਂ ਦਾ ਕਸੂਰ ਕੱਢਣ ਤੋਂ ਪਹਿਲਾਂ I would say ਕਿ ਬਹੁਤ ਜ਼ਿਆਦਾ ਲੈਕ ਆਫ ਐਜੂਕੇਸ਼ਨ ਹੈ ਇਸ ਇਸ਼ੂ ਦੇ ਉੱਤੇ। ਮੈਂ ਕਿਉਂਕਿ ਕੈਨੇਡਾ 'ਚ ਬੈਠੀ ਹਾਂ, ਮੈਂ ਉਹ ਵਾਲਾ ਮਾਹੌਲ ਨਹੀਂ ਦੇਖ ਪਾ ਰਹੀ। ਪਰ ਜਿਹੜਾ ਕਿ ਜਿੰਨਾ ਕੁ ਮੇਰਾ ਕੈਨੇਡਾ ਦਾ ਐਕਸਪੀਰੀਅੰਸ ਹੈ, ਜਿੰਨਾ ਵੈਂਕੂਵਰ, ਬ੍ਰਿਟਿਸ਼ ਕੋਲੰਬੀਆ ਦਾ ਐਕਸਪੀਰੀਅੰਸ ਹੈਗਾ, we haven't seen these kind of incidents. People know ਕਿ ਜਿਹੜਾ COVID-19 ਹੈ ਬਹੁਤ ਜ਼ਿਆਦਾ ਕੰਟੇਜੀਅਸ ਹੈਗਾ, we all know that. ਉਹਦੇ ਬਾਰੇ ਬਹੁਤ ਹੀ ਜ਼ਿਆਦਾ ਸਾਇੰਟੀਫਿਕ ਮੈਡੀਕਲ ਰਿਸਰਚ ਆ ਰਹੀ ਹੈਗੀ ਹੈ ਔਰ ਬਹੁਤ ਹੀ ਤਰੀਕੇ ਨਾਲ ਜਿਹੜੀ ਕਿ ਸਾਡੇ ਹੈਲਥ ਆਫਿਸਰਸ ਹੈ, they are giving the right kind of information. ਕੋਈ ਐਂਗਜ਼ਾਇਟੀ ਦਾ ਮਾਹੌਲ ਨਹੀਂ ਕ੍ਰੀਏਟ ਕੀਤਾ ਜਾ ਰਿਹਾ, ਕੋਈ ਐਵੇਂ ਦੀ ਬਹੁਤ ਜ਼ਿਆਦਾ ਪੈਨਿਕ ਨਹੀਂ ਕ੍ਰੀਏਟ ਕੀਤੀ ਜਾ ਰਹੀ। This is a very very difficult situation. It's very unprecedented situation. We all know that. ਪਰ ਇਹ ਕਿ ਕੋਈ ਦਾ ਸਾਇੰਟੀਫਿਕ ਜਿਹੜੀ research ਹੈ ਉਹਨੂੰ ਲੈ ਕੇ I see that aspect in especially in our province of British Columbia. ਜੋ ਗੁਰਲੀਨ ਹੋਰਾਂ ਨਾਲ ਹੋਇਆ ਹੈਗਾ I would say ਕਿ ਬਹੁਤ ਹੀ ਅਨਸਾਇੰਟੀਫਿਕ ਸੀਗਾ। ਉਹਦੇ 'ਚ ਇੱਕ ਹਿਊਮੈਨਿਟੀ ਤਾਂ ਓਬਵੀਅਸਲੀ ਪੂਰੀ ਲੈਕ ਕਰ ਰਹੀ ਹੈ, ਐਮਪਥੀ ਲੈਕ ਕਰ ਰਹੀ ਹੈ, ਪਰ ਜਿਹੜੇ ਹੈਲਥ ਅਫੀਸ਼ੀਅਲਸ ਦਾ ਵੀ ਜਿਹੜਾ ਐਟੀਟਿਊਡ ਹੈਗਾ coming to your house like that without any information, without even putting the person in confidence and ਫਿਰ ਉੱਤੋਂ ਆ ਕੇ ਸਾਰੀ ਦੁਨੀਆ ਨੂੰ ਦੱਸ ਦੇਣਾ ਕਿ ਇਹ ਕੁਆਰੰਟਾਈਨ ਹੋ ਰਹੇ ਹੈ। I think ਕਿ ਬਹੁਤ ਹੀ ਜ਼ਿਆਦਾ ਉਹਨਾਂ ਦੇ ਜਿਹੜੇ ਹੈਲਥ ਅਥਾਰਟੀਜ਼ ਦੀ ਵੀ ਮੈਂ ਕਹੂੰਗੀ ਕਿ ਬਹੁਤ ਜ਼ਿਆਦਾ ਇਨਸੈਂਸਿਟਿਵ ਅਪਰੋਚ ਸੀਗੀ। ਔਰ ਮੈਂ ਤਾਂ ਕਹੂੰ maybe this is very common in India ਕਿ ਪਰ ਇਹ ਕੌਨਫੀਡੈਂਸ਼ੀਅਲਿਟੀ ਤੇ ਵੀ ਬ੍ਰੀਚ ਹੈਗੀ ਹੈ ਕਿ ਕਿਹਨੂੰ ਹੋਇਆ COVID-19 ਬਿਕੋਜ਼ ਸਾਡੇ ਇੱਥੇ ਜਦ ਅਸੀਂ I will just give you an example, ਜਦ ਸਾਨੂੰ ਰੋਜ਼ ਅਪਡੇਟਸ ਆਉਂਦੀਆਂ ਹੈਗੀਆਂ ਕਿ ਇੰਨੇ ਲੋਕੀ ਪੋਜ਼ਿਟਿਵ ਹੋਏ ਹੈ, they don't identify this thing ਕਿ ਕਿਹੜੇ ਰੀਜਨ ਦੇ ਹੈਗੇ ਜਾਂ ਕਿਹੜੇ ਸ਼ਹਿਰ ਵਿੱਚ ਹੈਗੇ ਜਾਂ ਕਿਹੜੀ ਸਟਰੀਟ ਦੇ ਉੱਤੇ ਹੈਗੇ। They never do that. And I know we have a doctor also from US. She would agree with me on this thing. But this is not way to attack that person. ਤੁਹਾਡਾ ਸਾਡਾ ਇੱਕ ਸਮਾਜ ਦਾ ਔਰ ਸਪੈਸ਼ਲੀ ਹੈਲਥ ਅਫੀਸ਼ੀਅਲਸ ਦਾ ਜਿਹੜਾ ਰੋਲ ਹੋਣਾ ਚਾਹੀਦਾ ਹੈ that is to help that individual. ਕਿਉਂਕਿ ਮੇਨ ਕੁਆਰੰਟਾਈਨ ਕਰਨ ਦਾ ਕੀ ਮਤਲਬ ਸੀਗਾ ਕਿ ਇਹ ਬਿਮਾਰੀ ਫੈਲੇ ਨਾ, ਉਹ ਬੰਦੇ ਸੈਲਫ ਆਈਸੋਲੇਟ ਹੋ ਕੇ
ਜੇ ਉਹਨਾਂ ਦੇ ਸਿੰਪਟਮਸ ਬਿਲਕੁਲ। ਹੈਗੇ ਉਹਨਾਂ ਦਾ ਇਲਾਜ ਹੋ ਸਕੇ। that what's the purpose is, not to create them as a ਕੋਈ danger ਹੈਗੇ ਆ society ਲਈ ਜਾਂ ਖਤਰਾ ਹੈਗੇ ਆ। ਉਵੇਂ ਦੇ ਜਦ ਤੁਸੀਂ ਸ਼ੋਅ ਕਰ ਰਹੇ ਹੋ ਤਾਂ obviously ਜਿਹੜਾ ਇੱਕ ਪੈਨਿਕ ਸਮਾਜ ਹੈ, ਜਿਹੜਾ already ਇੰਨੀ ਪੈਨਿਕ ਕ੍ਰੀਏਟ ਹੋਈ ਹੈ, ਉਹ ਹੋਰ ਵੀ ਜ਼ਿਆਦਾ ਪੈਨਿਕ ਹੋਏਗਾ। so going to the society, I would blame the society afterwards, but I will definitely blame the health officials first. ਠੀਕ ਹੈ ਡਾਕਟਰ ਕਵਲਜੀਤ ਜੀ, ਤੁਹਾਡੇ ਤੋਂ ਵੀ ਅਸੀਂ ਇਹ ਰਾਏ ਲੈਣਾ ਚਾਹਾਂਗਾ, ਕਿਉਂਕਿ ਤੁਹਾਡੇ ਕੋਲ ਜਦੋਂ ਪੇਸ਼ੈਂਟ ਆਉਂਦੇ ਨੇ, ਮਰੀਜ਼ ਆਉਂਦੇ ਨੇ, ਤਾਂ ਤੁਸੀਂ ਉਹਨਾਂ ਦੀ ਸਾਈਕੋਲੋਜੀ ਨੂੰ ਬਹੁਤ ਤਰੀਕੇ ਨਾਲ ਸਮਝਦੇ ਹੋ ਔਰ ਉਹਨੂੰ ਬਹੁਤ ਤਰੀਕੇ ਨਾਲ ਸਮਝਾਉਂਦੇ ਵੀ ਹੋ। ਪਰ ਆਸ-ਪਾਸ ਦਾ ਅਸੀਂ ਵਾਤਾਵਰਣ ਨੂੰ ਕਿਵੇਂ ਸਮਝਾਵਾਂਗੇ? ਜਿਹੜੇ ਸਾਡੇ ਆਸ-ਪਾਸ ਲੋਕ ਵਿਚਰ ਨੇ, ਅਸੀਂ ਉਹਨਾਂ ਨੂੰ ਕਿਵੇਂ ਸਮਝਾਵਾਂਗੇ? ਉਹਨਾਂ ਦੀ ਮਾਨਸਿਕਤਾ ਨੂੰ ਕਿਵੇਂ ਸਮਝਾਵਾਂਗੇ? ਤੁਸੀਂ ਕੀ ਕਹੋਗੇ? So thank you for having me on the show. After listening in the story no sun ke, first of all I'm so sympathetic to what happened. It could happen to anyone, you, me, anybody, especially इस story सब तो पहले deficiency तो मैं अथी देख रही हूँ कि तुहानू after 14 days if you didn't तुहानू कोई symptom नहीं सी तो वो किस तरह है? They should have approached you right first day. ते उत्थे ही गलती है कि 14 दिन तो बाद की क्वारंटाइन करना है। 14 दिन तक आ जाते तुहानू symptoms तो वो already बीत गए सी, right? Then lack of education to the population, as Rachna ji ne kya hai ki lack of education to the population, totally lacking there. And Gurleen ji manu पढ़े लिखे और ते उन्हां दे नेबर भी पढ़े लिखे होने ने, है ना? पढ़ी लिखी सोसाइटी दा ए हाल है ते तुसी सोच लो उत्थे होर की हो रहा है। So, and I am finding out through my friends, through my doctor friends कि Gurleen ji, if it gives you any kind of relief कि किस तरह होरा नाल हो रहा है। This is a doctor, she's a lady doctor in from AIMS in Delhi, and she's taking care of ना इन्हां दे मरीजां दे कोविड दे मरीजां में I am trying to speak पंजाबी जितना हो सकता है, which आ जांदी English, I'm so sorry। ते No problem. ओ मरीजां दा ख्याल डायरेक्टली कर रही है ते ओ अपने घर गई है वापस अपने पेरेंट्स कोल। शी इज नॉट पॉजिटिव, शी इज डूइंग फाइन, शी इज ते उत्थे उन्हां दे नेबर्स ने उन्हां नाल इस तरह ट्रीट कीता। शी सेज कि मैंने इस तरह लग रहा सी कि मैं क्रिमिनल हां, जिस तरह तुसी एक्सप्रेस कीता ना कि मैनू लोग समझदे सी कि मैं जिस तरह किसी दा मर्डर कर गया। दिस इज व्हाट शी फेल्ट है। तो उसने कहती कि मैं घर रहना, मेरे पेरेंट्स वास्ते भी खराब हो गया सी, तो मैं आई वेंट टू टेक ए रूम इन मोती बाग गुरुद्वारा है ना, उत्थे उन्होंने रूम दिते मैंने गुरसिखा ने अरेंज किया, उत्थे लैके अपने हॉस्पिटल जाएंगे। So it was so sad to hear that. So मैं तो इतना तक भी सुनिया होया कि भाई मरीज जा रहे ने हॉस्पिटल विच true corona or not corona, so they are treating them. Okay, nurses bhi nazeek nahi, they are dying without any treatment. This is not humanity. Why are they posting like as a doctor? So I think it's ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ ਉੱਥੇ ਐਜੂਕੇਸ਼ਨ ਟੂ ਦ ਪੋਪੂਲੇਸ਼ਨ ਇਜ਼ ਨਾਟ देयर it's all political। ਰਚਨਾ ਜੀ, if you can do on your level something, ਉੱਥੇ education to the patient is not there, or to the surroundings or to the relatives। So basically ਰਚਨਾ ਜੀ ਨੇ ਦੱਸਿਆ ਕਿ confidentiality is the big thing in Canada and of course in US। So किसी नु भैन भरा नु भी सानू अलाउ नहीं है दसना, है ना? ते कहने नु मतलब कि इतनी ज्यादा उन्हां ते I feel like that if she was in US, all those people would have in the lawsuit। कि जिन्हां ने जिस तरह ਗੁਰਲੀਨ ਜੀ, ਠੀਕ ਹੈ ਗੁਰਲੀਨ ਜੀ, ਫਿਰ ਤੁਹਾਡੇ ਕੋਲ ਹੀ ਆਵਾਂਗਾ ਕਿਉਂਕਿ ਤੁਹਾਡੀ ਜਿਹੜੀ ਹਲੇ ਸਟੋਰੀ ਹੈ ਉਹ ਹਲੇ ਵਿਚਕਾਰ ਹੀ ਹੈ, ਕਿਉਂਕਿ ਤੁਹਾਡਾ ਜਿਹੜਾ ਟੈਸਟ ਹੋਇਆ ਹੈ ਉਹ ਕਿਸ ਤਰੀਕੇ ਨਾਲ ਹੋਇਆ, ਕਿ ਉਹ ਬਹੁਤ ਸੌਖੇ ਤਰੀਕੇ ਨਾਲ ਹੋ ਗਿਆ ਜਾਂ ਉਸ ਵਿੱਚ ਵੀ ਅੜਚਣਾਂ ਆਈਆਂ, ਉਹ ਵੀ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ। ਉਸ ਤੋਂ ਬਾਅਦ ਸਾਨੂੰ ਦੱਸੋ ਕਿ ਜਦੋਂ ਤੁਹਾਨੂੰ ਕੁਆਰੰਟਾਈਨ ਕਰ ਦਿੱਤਾ ਗਿਆ, ਕੀ 14 ਦਿਨਾਂ ਬਾਅਦ ਹੀ ਤੁਹਾਡਾ ਟੈਸਟ ਹੋਇਆ ਜਾਂ ਕਿਸ ਤਰ੍ਹਾਂ ਦੀ ਅੜਚਣਾਂ ਆਈਆਂ? ਉਸ ਵਕਤ ਕਿਸ ਤਰ੍ਹਾਂ ਦੀ ਅੜਚਣਾਂ ਆਈਆਂ ਤੁਹਾਨੂੰ? देखो 14 दिन बाद साढ़े घर क्वारंटाइन लग रहा है, वो भी विदाउट एनी सिम्पटम्स। 14 दिन ऑलरेडी निकल चुके सी, उस तो बाद फिर 14 दिन
टोटल 28 यानी कि 28 दिन बाद 20 हाँ जी टोटल 28 दिन 14 दिन ऑलरेडी ਅਸੀਂ लॉकडाउन हो चुके उस तो बाद 14 दिन फिर क्वारंटाइन ਦੇ ਵਿੱਚ ਅਸੀਂ अपना टाइम स्पेंड ਕੀਤਾ 28 दिन ਅਸੀਂ ਘਰ ਦੇ ਵਿੱਚ ਹੀ ਰਹੇ ਨਾ ਅਸੀਂ ਬਾਹਰ ਗਏ ਨਾ ਅਸੀਂ ਕੋਈ ਸਮਾਨ ਲਿਆਂਦਾ ਨਾ ਕਿਸੇ ਨੇ ਹੈਲਪ ਕੀਤੀ ਠੀਕ ਹੈ ਕੋਈ ਇੱਕ ਬੰਦਾ ਪਸੰਦ ਸੀ ਚਲੋ ਸਾਨੂੰ ਥੋੜਾ ਜਿਹਾ ਦੁੱਧ ਵਗੈਰਾ ਰੱਖ ਜਾਂਦਾ ਸੀ ਅਸੀਂ 3-4 ਦਿਨਾਂ ਦਾ ਦੁੱਧ ਮੈਂ ਇਕੱਠਾ ਮੰਗਾ ਲਿਆ ਤਾਂ ਉਹ ਮੇਰੇ ਗੇਟ ਦੇ ਬਾਹਰ ਰੱਖ ਜਾਂਦੇ ਸੀ ਤਾਂ ਮੈਂ ਉਹਨਾਂ ਨੂੰ ਪੇਟੀਐਮ ਦੇ ਥਰੂ ਚਲੋ ਪੈਸੇ ਦੇ ਦਿੰਦੀ ਸੀ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ 14 दिन निकल गए तो सानू एक कॉल आती है वो कह रहे कि हम एम्बुलेंस से बोल रहे हैं तो हम आपके घर विद इन हाफ एन आवर आ रहे हैं अब रेडी रहो तो किस तो ठीक है फिर मैं उन्होंने बोला कि हाँ जी एम्बुलेंस कितने तुसी सानू लेके जाना किस लिए लेके जाना तो कह रहे मैडम थोड़ा टेस्ट होएगा तो असी तुहानू टेस्ट लिए लेके जा रहे हैं हॉस्पिटल तो मैं उन्होंने पूछा कि ठीक है तो कितना टाइम लगेगा तो उन्होंने कहा मैम हाफ एन आवर का टेस्ट होएगा तो विद इन 1 और 1.5 आवर ਤੁਹਾਨੂੰ 1.5 ਘੰਟੇ ਦੇ ਵਿੱਚ ਅਸੀਂ ਵਾਪਸ ਛੋੜ ਦੇਵਾਂਗੇ ਉਸ ਟਾਈਮ 11 ਵਜੇ ਦਾ ਟਾਈਮ ਸੀ ਮੈਂ ਆਪਣੀ ਬੇਟੀ ਨੂੰ ਬੋਲਿਆ ਕਿ ਬੇਟਾ ਰੈਡੀ ਹੋ ਜਾ ਤੇ ਅਸੀਂ ਜਾਣਾ ਹੈ ਐਸਟਰਾ ਹਸਪੀਟਲ ਤੇ ਅਸੀਂ ਰੈਡੀ ਹੋਏ ਤੇ 11:30 ਹੋਏ 12 ਹੋਏ उन्होंने दी कॉल आई कि मैम थोड़ा सा डिले हो रहा है तो थोड़ी देर के बाद आते हैं आप रेडी रहिए बस तो जैसे ही हम आते हैं तो आप एम्बुलेंस पे बैठेंगे ਹੁਣ ਸਾਡੇ ਮਾਈਂਡ ਦੇ ਵਿੱਚ ਦੋਨਾਂ ਦੇ ਚੱਲ ਰਿਹਾ ਹੈ ਕਿ ਜਿਹੜਾ ਸਾਨੂੰ ਆਸ-ਪਾਸ ਵਾਲੇ ਨੇਬਰਸ ਵੀ ਨਹੀਂ ਪੁੱਛ ਰਹੇ ਹਨ ਜਦੋਂ ਅਸੀਂ ਐਂਬੂਲੈਂਸ ਨੇ ਆਪਣਾ ਸਾਇਰਨ ਵਜਾਉਂਦੇ ਹੋਏ ਆਣਾ ਉਸ ਟਾਈਮ ਕੀ ਹੋਏਗਾ ਉਸ ਟਾਈਮ ਦਾ ਸੀਨ ਅਸੀਂ ਹਲੇ ਇਮੇਜਿਨ ਕਰ ਰਹੇ ਹਾਂ ਅਸੀਂ ਦੇਖਿਆ ਨਹੀਂ ਹੈ ਅਸੀਂ ਉਹ ਇਮੇਜਿਨ ਕਰ ਰਹੇ ਹਾਂ ਅਸੀਂ ਕੁਝ ਖਾਇਆ ਪੀਆ ਨਹੀਂ ਹੈ ਕਿ ਹੁਣੇ ਆ ਰਿਹਾ 1 ਵਜ ਜਾਂਦਾ वो सानू कह रहे कि मैम थोड़ा सा और डिले हो गया है बस अभी 15 मिनट में पहुंच रहे हैं ਅਸੀਂ ਫਿਰ ਗੇਟ ਦੇ ਕੋਲ ਖੜੇ ਆ ਕਿ ਹੁਣੇ ਆਏਗਾ ਅਸੀਂ ਜਾਣਾ ਇਸ ਤਰ੍ਹਾਂ ਕਰਦੇ 6 ਵਜ ਗਏ ਅਸੀਂ ਨਾ ਕੁਝ ਖਾਇਆ ਨਾ ਪੀਆ ਕਿ ਹੁਣੇ ਆਇਆ ਸਬਜ਼ੀ ਬਣਾਵਾਂਗੀ ਜਾਂ ਮੈਂ ਖਾਣਾ ਬਣਾ ਰਹੀ ਹਾਂ ਯਾਨੀ ਕਿ ਸਵੇਰੇ 11 ਵਜੇ ਤੁਹਾਨੂੰ ਪਹਿਲੀ ਕਾਲ ਆਉਂਦੀ ਹੈ ਔਰ ਸ਼ਾਮ ਦੇ 6 ਵਜ ਜਾਂਦੇ ਲੇਕਿਨ ਹਾਲੇ ਤੱਕ ਕੋਈ ਐਂਬੂਲੈਂਸ ਨਹੀਂ ਆਈ तो मैं कॉल करके उन्होंने पूछ रही है कि सर आपने कब आना है अब तक तो हॉस्पिटल्स भी बंद हो चुके होंगे तो उन्होंने बोला कि मैम सॉरी टू से कि ਅਸੀਂ ਸੌਰੀ ਹੈ ਮੰਗਦੇ ਸਾਡੇ ਕੋਲ ਐਂਬੂਲੈਂਸ ਹੀ ਅਰੇਂਜ ਨਹੀਂ ਹੋ ਪਾਈ ਤਾਂ ਹੁਣ ਅਸੀਂ ਕੱਲ ਆਵਾਂਗੇ ਕੱਲ ਜਦੋਂ ਅਸੀਂ ਆਵਾਂਗੇ ਅਸੀਂ ਤੁਹਾਨੂੰ ਪਹਿਲਾਂ ਹੀ ਇਨਫਾਰਮ ਕਰ ਦਾਂਗੇ ਤਾਂ ਉਹ ਇੱਕ ਦਿਨ ਸਾਡਾ ਪੂਰਾ ਵੇਸਟ ਹੋ ਗਿਆ ਜੀ ਹਾਂਜੀ ਉਹ ਪੂਰਾ ਦਿਨ ਵੇਸਟ ਹੋ ਗਿਆ ਜਿਹੜਾ ਸਾਡੇ ਉੱਪਰ ਪ੍ਰੈਸ਼ਰ ਸੀ ਉਹ ਤਾਂ ਐਜ਼ ਇਟ ਇਜ਼ ਬਣਿਆ ਰਿਹਾ ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਸਾਡੇ ਟੇਕਰ ਹੈ ਸੁਸਾਇਟੀ ਦਾ ਮੈਂ ਉਹਨਾਂ ਨੂੰ ਵੀ ਕਾਲ ਕਰਕੇ ਦੱਸਤਾ ਸੀ ਕਿ ਇਸ ਤਰ੍ਹਾਂ ਐਂਬੂਲੈਂਸ ਆਏਗੀ ਤਾਂ ਪਲੀਜ਼ ਪੈਨਿਕ ਨਹੀਂ ਹੋਣਾ ਕਿਸੇ ਨੇ ਸਾਨੂੰ ਐਂਬੂਲੈਂਸ ਨੇ ਸਿਰਫ ਟੈਸਟ ਲਈ ਲੈ ਕੇ ਜਾਣਾ ਤੇ ਵਾਪਸ ਛੋੜ ਕੇ ਵੀ ਜਾਏਗਾ ਤੇ ਇਹ ਨਾ ਹੋਏ ਕਿ ਤੁਸੀਂ ਸਾਰੇ ਅਗਲੇ ਦਿਨ ਐਂਬੂਲੈਂਸ ਆਈ ਜਾਂ ਨਹੀਂ ਆਈ ਅਗਲੇ ਦਿਨ ਐਂਬੂਲੈਂਸ ਆਈ ਜਾਂ ਨਹੀਂ ਆਈ ਹਾਂਜੀ अगले दिन एम्बुलेंस सानू 7:15 बजे मैंने सवेरे फोन आ गया कि मैम हम 15 मिनट में आ रहे हैं आप रेडी हो जाओ तो 15 मिनट में अपनी बेटी ਨੂੰ 7:15 ਜਿਸ ਤਰ੍ਹਾਂ ਲੌਕਡਾਊਨ ਨੇ ਸਾਰੇ ਆਰਾਮ ਨਾਲ ਉੱਠਦੇ ਆ ਤਾਂ ਮੈਂ ਉਹਨੂੰ ਬੇਟੀ ਨੂੰ ਫਟਾਫਟ ਉਠਾਇਆ ਕਿ ਉਹ ਐਂਬੂਲੈਂਸ ਆ ਰਹੀ ਹੈ ਤਾਂ ਤਿਆਰ ਹੋ ਜਾ ਅਸੀਂ ਤਿਆਰ ਹੋਏ ਤੇ 7:30 ਵਜੇ ਐਂਬੂਲੈਂਸ ਆ ਗਈ ਸੀ ਸਾਇਰਨ ਨਹੀਂ ਉਹਨਾਂ ਨੇ ਵਜਾਇਆ ਤੇ ਅਸੀਂ ਜਦੋਂ ਬਾਹਰ ਨਿਕਲੇ ਉਹਨਾਂ ਨੇ ਕਿਹਾ ਤੁਸੀਂ ਆ ਜਾਓ ਨੀਚੇ ਅਸੀਂ ਨੀਚੇ ਗਏ ਤਾਂ ਉੱਥੇ ਕੀ ਦੇਖ ਰਿਹਾ ਕਿ ਉੱਥੇ ਸਾਰੀ ਐਂਬੂਲੈਂਸ ਦੇ ਆਸ-ਪਾਸ ਲੋਕ ਹੀ ਲੋਕ ਖੜੇ ਹਨ ਵੀਡੀਓਜ਼ ਬਣਾ ਰਹੇ ਹਨ ਐਂਬੂਲੈਂਸ ਦੀ ਵੀਡੀਓ ਬਣ ਰਹੀ ਹੈ ਅਸੀਂ ਆਪਣੇ ਗੇਟ ਤੋਂ ਬਾਹਰ ਨਿਕਲ ਰਹੇ ਹਾਂ ਸਾਡੀ ਵੀਡੀਓ ਬਣਾਉਂਦੇ ਅਸੀਂ ਐਂਬੂਲੈਂਸ ਤੱਕ ਪਹੁੰਚ ਰਹੇ ਹਾਂ ਐਂਬੂਲੈਂਸ ਵਾਲਾ ਨੇ ਬੋਲਿਆ ਕਿ ਕੋਈ ਵੀਡੀਓ ਨਹੀਂ ਤੁਹਾਡੀ ਵੀਡੀਓਜ਼ ਬਣਾ ਰਹੇ ਓਕੇ ਲੋਕੀ ਤੁਹਾਡੀ ਵੀਡੀਓਜ਼ ਬਣਾ ਰਹੇ ਓਕੇ ਠੀਕ ਹੈ ਹਾਂਜੀ ਸਾਡੀ ਵੀਡੀਓਜ਼ ਬਣ ਰਹੀ ਐਂਬੂਲੈਂਸ ਵਾਲਾ ਨੇ ਰੋਕਿਆ ਕਿ ਕੋਈ ਵੀਡੀਓ ਨਹੀਂ ਬਣਾਏਗਾ ਬਟ ਉਹ ਦੋ ਜਣੇ ਜੇ ਰੁਕ ਵੀ ਜਾਂਦੇ ਨੇ ਤੇ ਸਾਰੇ ਆਪਣੀ ਛੱਤਾਂ ਤੇ ਖੜੇ ਹੋ ਕੇ ਆਪਣੇ ਘਰ ਦੇ ਬਾਲਕਨੀ ਦੇ ਵਿੱਚ ਖੜੇ ਹੋ ਕੇ ਉੱਥੋਂ ਵੀਡੀਓਜ਼ ਬਣਾ ਰਹੇ ਹਨ ਹੁਣ ਕਿੱਥੇ ਬੰਦਾ ਕਿਸ ਨੂੰ ਕਿਵੇਂ ਰੋਕੇਗਾ ਹੁਣ ਇਹ ਵੀਡੀਓਜ਼ ਬਣਾਉਣ ਦਾ ਕੀ ਚੱਕਰ ਹੈ ਕਿ ਅਸੀਂ ਮੈਂ ਤੁਹਾਨੂੰ ਰੋਕਾਂਗਾ ਠੀਕ ਹੈ ਗੁਲੀ ਜੀ ਮੈਂ ਤੁਹਾਨੂੰ ਰੋਕਾਂਗਾ ਰਸ਼ਨਾ ਸਿੰਘ ਜੀ ਇੱਕ ਹੋਰ ਸਵਾਲ ਹੈ ਤੇ ਇੱਕ ਬੜਾ ਅਹਿਮ ਸਵਾਲ ਪੈਦਾ ਹੁੰਦਾ ਹੈ ਕਿ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਇਹ ਵੀ ਦਰਸਾਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਉਸ ਨੂੰ ਆਪਣੀ ਵੀਡੀਓ ਵਿੱਚ ਕੈਪਚਰ ਕਰਨਾ ਚਾਹ ਰਹੇ ਹਾਂ ਕਿ ਸਾਡੇ ਆਸ-ਪਾਸ ਦੇਖੋ ਕਿਸ ਤਰ੍ਹਾਂ ਕੋਈ ਲੋਕ ਕਰੋਨਾ ਜਿਹੜਾ ਵਾਇਰਸ ਹੈ ਉਸ ਦਾ ਸ਼ਿਕਾਰ ਹੋ ਰਹੇ ਚਾਹੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਮਰੀਜ਼ ਜਿਹੜਾ ਹੈ ਕਿਸ ਲਈ ਹਸਪੀਟਲ ਜਾ ਰਿਹਾ Absolutely, I'm so shocked to hear all this and I'm really sorry what ਜਿਹੜਾ ਗੁਰਲੀਨ ਜੀ ਨਾਲ ਵਾਪਰਿਆ ਮੈਂ ਜਿਵੇਂ ਪਹਿਲਾਂ ਵੀ ਕਿਹਾ ਮੈਂ ਕਿਉਂਕਿ ਬਹੁਤ ਦੇਰ ਤੋਂ ਮੈਂ ਕਹੂੰਗੀ ਕਿ ਮੈਂ ਉਹ ਵਾਲੇ ਸਮਾਜ ਵਿੱਚ ਵਿਚਰੀ ਨਹੀਂ ਹੈਗੀ ਆ ਕਾਫੀ ਸਮਾਂ ਹੋਇਆ ਪਰ ਮੈਨੂੰ ਦੁੱਖ ਲੱਗ ਰਿਹਾ ਹੈ ਕਿ ਜਿਹੜੀ ਮੁਲਕ ਵਿੱਚ ਮੈਂ ਪੈਦਾ ਹੋਈ
ਜਿੱਥੇ ਮੈਂ ਪਲੀ, ਜਿੱਥੇ ਵੱਡੀ ਹੋਈ, ਤੇ ਇਹ ਉਹ ਸਮਾਜ ਹੈਗਾ। ਐਂਡ I would just say this is a degeneration of a society, and really sorry about this. And ਮੇਰੇ ਕੋਲ honestly ਮੇਰੇ ਕੋਲ ਲਫ਼ਜ਼ ਨਹੀਂ ਹੈਗੇ to explain what I'm feeling at this time, ਕਿ ਇੱਕ ਸਾਨੂੰ ਜਿਹੜਾ ਇੱਕ ਹਰ ਚੀਜ਼ ਨੂੰ ਕਮਰਸ਼ੀਅਲਾਈਜ਼ ਕਰ ਦੇਣਾ, ਹਰ ਚੀਜ਼ ਨੂੰ ਪਬਲਿਕ ਕਰ ਦੇਣਾ, ਕੋਈ ਕੌਨਫੀਡੈਂਸ਼ੀਅਲਿਟੀ ਦਾ ਧਿਆਨ ਨਹੀਂ ਰੱਖਣਾ, ਕਿਸੇ ਦੀ ਪ੍ਰਾਈਵੇਸੀ ਦਾ ਧਿਆਨ ਨਹੀਂ ਰੱਖਣਾ, ਔਰ ਸਪੈਸ਼ਲੀ ਇਸ ਮੌਕੇ ਤੇ when person is going through such trauma, ਔਰ ਇੱਕ ਅਸੀਂ ਇੰਨੀ ਵੱਡੀ ਇੱਕ ਪੈਂਡੈਮਿਕ ਨਾਲ ਜੂਝ ਰਹੇ ਹਾਂ, ਇੱਕ ਐਮਪਥੀ ਨਹੀਂ ਹੈਗੀ ਸਾਡੇ ਇੱਕ ਜਿਹੜੇ ਸੰਸਕਾਰ ਜਿਹੜੇ ਸਾਨੂੰ ਦਿੱਤੇ ਗਏ ਸੀਗੇ ਜਦ ਅਸੀਂ ਪੈਦਾ ਹੋਏ, ਜਦ ਅਸੀਂ ਵੱਡੇ ਹੋ ਰਹੇ ਸੀਗੇ, ਕਿ to be supportive towards other people, ਉਹ ਬਿਲਕੁਲ ਹੀ ਜਿਹੜੇ ਗੁਰਲੀਨ ਜੀ ਦੱਸ ਰਹੇ ਹੈ, it is completely lacking in that society। ਤੇ ਜਿਹੜਾ ਇਸ COVID-19 ਵਿੱਚ ਨਜ਼ਰ ਆ ਰਹੇ ਹੈਗੇ, ਪਰ ਮੈਂ ਕਹੂੰਗੀ ਕਿ ਐਜ਼ ਅ ਸੁਸਾਇਟੀ ਕਿੰਨੀ ਜ਼ਿਆਦਾ ਹੈ ਸੁਸਾਇਟੀ 'ਚ ਨਿਗਾਰ ਆਇਆ ਹੈਗਾ, ਉਹਦੇ ਲਈ ਮੈਨੂੰ ਚਿੰਤਾ ਹੋ ਰਹੀ ਹੈ। ਐਂਡ what you have gone through, ਗੁਰਲੀਨ ਜੀ, extremely sorry। and ਉਹਦੇ ਲਈ ਮੈਨੂੰ ਲੱਗਦਾ ਹੈ ਕਿ there needs to be leadership, ਜਿਹੜੇ ਤੁਹਾਡੇ ਜਿਹੜੇ ਟੌਪ ਦੇ ਲੀਡਰਸ ਹੈ, ਉਹਨਾਂ ਵੱਲੋਂ ਇੱਕ ਲੀਡਰਸ਼ਿਪ ਆਉਣੀ ਚਾਹੀਦੀ ਹੈਗੀ ਹੈ, ਜਿਹੜੀ ਕਿ ਇੱਕ ਸੇਧ ਦੇ ਸਕੇ ਸੁਸਾਇਟੀ ਨੂੰ। ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ we are lacking that in India। ਬਿਲਕੁਲ। ਡਾਕਟਰ ਕਵਲਜੀਤ ਜੀ, ਜਦੋਂ ਅਸੀਂ ਰਿਸਪੌਂਡਰਸ ਦੀ ਗੱਲ ਕਰਦੇ ਹਾਂ, ਅਸੀਂ ਐਂਬੂਲੈਂਸ ਦੀ ਗੱਲ ਕਰਦੇ ਹਾਂ, ਐਂਬੂਲੈਂਸ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੀ ਇੰਨੀ ਗਈ ਗੁਜ਼ਰੀ ਹੋ ਚੁੱਕੀ ਹੈ ਕਿ ਸਵੇਰੇ 11 ਵਜੇ ਦਾ ਟਾਈਮ ਦਿੱਤਾ ਗਿਆ ਹੈ, ਸ਼ਾਮ 6 ਵਜੇ ਤੱਕ ਐਂਬੂਲੈਂਸ ਨਹੀਂ ਆਉਂਦੀ, ਫਿਰ ਉਸ ਤੋਂ ਬਾਅਦ ਸ਼ਾਮ ਨੂੰ 7 ਵਜੇ ਕਿਹਾ ਜਾਂਦਾ ਕਿ ਅੱਜ ਅਸੀਂ ਐਂਬੂਲੈਂਸ ਤੁਹਾਡੇ ਲਈ ਅਰੇਂਜ ਨਹੀਂ ਕਰ ਪਾਏ, ਹੁਣ ਸਾਨੂੰ ਕੱਲ ਦਾ ਟਾਈਮ ਦਿਓ। ਇੱਕ ਜਿਹੜਾ ਇਨਸਾਨ ਆਲਰੇਡੀ ਖੌਫ ਵਿੱਚ ਜੀ ਰਿਹਾ ਕਿ ਪਤਾ ਨਹੀਂ ਮੇਰੇ ਨਾਲ ਕੀ ਹੋਏਗਾ, ਕਿਤੇ ਵਾਕਈ ਪੋਜ਼ਿਟਿਵ ਨਾ ਆ ਜਾਏ, ਕਿਉਂਕਿ ਕਿਤੇ ਨਾ ਕਿਤੇ ਜੇਕਰ ਅਸੀਂ ਦੋਨੋਂ ਪਾਸੇ ਆਪਣੇ ਆਪ ਨੂੰ ਦੇਖਦੇ ਹਾਂ ਕਿ ਹੋ ਸਕਦਾ ਨੈਗੇਟਿਵ ਆਏ, ਰੱਬ ਕਰੇ ਸਾਡਾ ਨੈਗੇਟਿਵ ਟੈਸਟ ਜਿਹੜੀ ਰਿਪੋਰਟ ਹੈ ਨੈਗੇਟਿਵ ਆਏ, ਪਰ ਦੂਜੇ ਪਾਸੇ ਇਹ ਵੀ ਡਰ ਰਹਿੰਦਾ ਕਿ ਕਿਤੇ ਗਲਤੀ ਨਾਲ ਪੋਜ਼ਿਟਿਵ ਨਾ ਆ ਜਾਏ, ਔਰ ਉਸ ਖੌਫ ਦੇ ਵਿੱਚ ਤੁਹਾਡੇ ਲਈ ਐਂਬੂਲੈਂਸ ਜਿਹੜੀ ਅਰੇਂਜ ਨਹੀਂ ਹੋ ਪਾ ਰਹੀ, ਉਹ ਫਿਰ ਇੱਕ ਦਿਨ ਜਿਹੜਾ ਹੈ 1 ਸਾਲ ਦੇ ਬਰਾਬਰ ਲੱਗਦਾ ਹੈ, ਸਮਾਂ ਹੌਲੀ ਹੌਲੀ ਬੀਤਦਾ ਹੈ, ਕਿਉਂਕਿ ਉਹ ਤੁਹਾਡਾ ਇੱਕ ਟੈਸਟ ਹੋ ਰਿਹਾ, ਤੁਹਾਡਾ ਇਮਤਿਹਾਨ ਦੀ ਘੜੀ ਨੇੜੇ ਆ ਰਹੀ ਹੈ। ਕੀ ਕਹੋਗੇ? Totally, I totally agree with you कि भाई this is torturing of the mind basically। So पहले तो मैं थोड़े जो उसके बारे में बोलना कि एम्बुलेंस उन्होंने भेजनी है, एम्बुलेंस नाल पता लगता है कि भाई हाँ डॉक्टर कोई आ रहा है कि कुछ खराबी है, तो ऑलरेडी दे आर गोइंग थ्रू ऑल द टॉर्चर ऑफ द पोस्टर भी बाहर लगा देता क्वारंटाइन दैट्स नॉट नीडेड ईदर, है ना, कि भाई पूरी एक्सपोज कर रहे हो जैसे सजा दे रहे हो। दूसरा एम्बुलेंस भेज रहे हो, क्यों एम्बुलेंस की जरूरत है? बीमार थोड़ी ना इन्होंने एम्बुलेंस जाने, इन्हें कोई दूसरी व्हीकल, not only the recognition of the एम्बुलेंस दैट पीपल आर लुकिंग एट इट, दूसरी गल है कि एम्बुलेंस कितने कुछ साफ होएगी, उन्हें ना करोना होया जिस पेशेंट नु उसनु भी उथे, आई मीन दिस एम्बुलेंस इज नॉट sterilized, it's not very sanitized because of whoever go उस विच किसने गए ना केड़े मरीज उस विच पहले गए ना, है ना। सो मेरे हिसाब नाल तो एम्बुलेंस भेजनी चाहिए, एक प्राइवेट व्हीकल भेजनी चाहिए सी उस साफ करके। सो दूसरा कि यस इट इज ए मेंटल टॉर्चर, जन किसी नु दसना में कि भाई टेस्ट करना एक घंटा, एक मिनट, एक घंटा करने लगता। So yeah, I totally agree with you. This was a total mismanagement from the health department। और ना ज़्यादा कम उत्थे वापस आंदा वे कि भाई एजुकेशन नहीं है, इतना आसान है उत्थे, इतना आसान है, पैम्पलेट देन, हैंडआउट्स देन, घर विच मेल मतलब कि घर विच सुट देन सब नू, इतनी चीज़ां और इश्तिहार वंडदे ने, इतनी उन्हां दे कि किहड़े सिंजे सुटदे रहंदे ने, ते इस विच ते इन्हां नू होल करना चाहिदा सी सारिआं नू, एक डॉक्टर्स नू लैके अच्छी तरह एक्सप्लेन करके कि not something somebody who got the infection is not criminal, you could be ਜਿਹੜੇ ਉਹ ਦੇਖਦੇ ਪਏ ਨੇ ਨਾ ਉਹਨਾਂ ਵਿੱਚ ਹੀ ਕਿਸੇ ਲੋਕਾਂ ਨੂੰ, ਅੱਧੇ ਲੋਕਾਂ ਨੂੰ ਹੋਣਾ, ਮੇਰੇ ਖਿਆਲ ਸੇ ਤਾਂ ਉੱਥੇ ਕਈ ਲੋਕਾਂ ਨੂੰ ਹੈ ਆਲਰੇਡੀ ਹੈਗਾ। ਇਟਸ ਨਾਟ, it doesn't mean they don't have it। career state ਵਿੱਚ ਕਿਤਨੇ ਹੀ ਹੁੰਦੇ ਨੇ, ਜਿਸ ਤਰ੍ਹਾਂ flu ਹੁੰਦਾ, ਜਿਸ ਤਰ੍ਹਾਂ flu ਆਂਦਾ ਵੇ ਤੇ not everybody is tested, right। so किसी ਨੂੰ ਹੋ ਜਾਂਦਾ, किसी ਨੂੰ ਨਹੀਂ ਹੁੰਦਾ, ਕੋਈ immunity develop ਕਰ ਜਾਂਦਾ, ਤੇ ਉਤਨੇ 100 ਚ ਲਾਂਗੇ ਨਾ ਕਮ ਸੇ ਕਮ 50 ਲੋਕਾਂ ਨੂੰ positive ਹੋਏਗਾ। they are not married, they are not criminals।
So I'm so sorry, Gurleen ji, tanu you'll have to do something because you have gone personally, so you know it, and tanu pata chal gaya ki kede, you know, dukh vich kede saath dende ne kede nahi saath dende, so you have to go above that level now. You have to apna na mere hisab nal apne apna ਦੁੱਖ ਨੂੰ ਤੁਸੀਂ ਇਸ ਨੂੰ ਇਸ ਤਰ੍ਹਾਂ ਕਰੋ ਕਿ ਹੋਰ ਕੋਈ ਇਸ ਚ ਸਫਰ ਨਾ ਕਰੇ। And if you need any help from this side, we are there. I am there at least. ਬਿਲਕੁਲ ਬਿਲਕੁਲ ਗੁਰਲੀਨ ਜੀ, ਤੁਹਾਡੇ ਤੋਂ ਅੱਗੇ ਅੱਗੇ ਇਹ ਜਿਹੜੀ ਤੁਹਾਡੀ ਲਾਈਫ ਦਾ ਜਿਹੜਾ ਉਹ ਪਾਰਟ ਸੀ ਉਸ ਤੋਂ ਅਸੀਂ ਅੱਗੇ ਕਰਾਂਗੇ, ਕਿਉਂਕਿ ਅਗਲਾ ਦਿਨ ਆਇਆ ਕਿ ਅਗਲੇ ਦਿਨ ਐਂਬੂਲੈਂਸ ਟਾਈਮ ਤੇ ਆਈ, ਸਵੇਰੇ 8 ਵਜੇ ਦਾ ਤੁਸੀਂ ਦੱਸਿਆ ਸੀ, ਅਗਲੇ ਦਿਨ ਸਵੇਰੇ ਐਂਬੂਲੈਂਸ ਟਾਈਮ ਤੇ ਆਈ ਜਾਂ ਅਗਲੇ ਦਿਨ ਵੀ ਤੁਹਾਨੂੰ ਉਹੀ ਖਮਿਆਜ਼ਾ ਭੁਗਤਣਾ ਪਿਆ ਟਾਈਮ ਦਾ? ਨਹੀਂ, ਅਗਲੇ ਦਿਨ 7:30 ਵਜੇ ਐਂਬੂਲੈਂਸ ਆ ਗਈ ਸੀ। ਅਸੀਂ ਉਹਨਾਂ ਨੂੰ ਪੁੱਛਿਆ ਸੀ, ਮੈਂ ਇੱਕ ਦਿਨ ਪਹਿਲਾਂ ਹੀ ਪੁੱਛ ਚੁੱਕੀ ਸੀ ਕਿ ਸਾਡੇ ਨਾਲ ਹੋਰ ਵੀ ਕੋਈ ਹੋਏਗਾ ਪੇਸ਼ੈਂਟ, ਤਾਂ ਉਹਨਾਂ ਨੇ ਕਿਹਾ ਨਹੀਂ ਮੈਮ, ਤੁਸੀਂ 2 ਹੀ ਜਣੇ ਹੋਗੇ ਪੇਸ਼ੈਂਟ ਵਿੱਚ, ਤੇ ਸਾਡੀ ਐਂਬੂਲੈਂਸ ਪੂਰੀ ਸੈਨੀਟਾਈਜ਼ ਹੋਏਗੀ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਜਦੋਂ ਅਸੀਂ ਗਲਵਸ ਵਗੈਰਾ ਪਾਏ, ਮਾਸਕ ਪਾਏ ਸੀ, ਤੇ ਐਂਬੂਲੈਂਸ ਖੋਲੀ ਗਈ, ਉਹਨਾਂ ਨੇ ਬਾਹਰ ਖੜੇ ਹੋ ਕੇ ਸਾਡੇ ਤੋਂ ਫਾਰਮ ਫਿਲ ਕਰਵਾਉਣਾ ਸਟਾਰਟ ਕਰਤਾ। ਤਾਂ ਉਹਨਾਂ ਨੂੰ ਦੇਖਿਆ ਕਿ ਜਦੋਂ ਇੰਨੀ ਸਾਰੀ ਵੀਡੀਓਜ਼ ਬਣ ਰਹੀਆਂ ਤਾਂ ਉਹਨਾਂ ਨੇ ਕਿਹਾ ਕਿ ਚਲੋ ਫਾਰਮ ਤੁਸੀਂ ਐਂਬੂਲੈਂਸ ਦੇ ਅੰਦਰ ਬੈਠ ਕੇ ਫਿਲ ਕਰ ਲੈਣਾ। ਜਿਸ ਤਰ੍ਹਾਂ ਹੀ ਐਂਬੂਲੈਂਸ ਖੋਲੀ, ਉਹਦੇ ਵਿੱਚ ਆਲਰੇਡੀ 2 ਪਰਸਨ ਹੋਰ ਸੀ। ਹੁਣ ਉਹ 2 ਪਰਸਨ ਹੈ, ਉਹਨਾਂ ਨੂੰ ਹੈ ਨਹੀਂ ਹੈ, ਮੈਨੂੰ ਵੀ ਨਹੀਂ ਪਤਾ, ਉਹਨਾਂ ਨੂੰ ਵੀ ਨਹੀਂ ਪਤਾ ਕਿ ਸਾਨੂੰ। ਉਹਨਾਂ ਨੇ ਕਿਹਾ ਕਿ 2-2 ਕਾਰਨਰ ਸੇ ਆਪੋजिट साइड से 2-2 ਕਾਰਨਰ ਸੇ ਬੈਠ ਜਾਓ, 4 ਜਣੇ। ਅਸੀਂ ਚਲੋ, ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ, ਅਸੀਂ ਬੈਠ ਗਏ। ਹੁਣ ਉਹਨਾਂ ਦੀ ਡਰਾਈਵਿੰਗ ਇਸ ਤਰ੍ਹਾਂ ਦੀ ਹੈ ਕਿ ਐਂਬੂਲੈਂਸ ਖਾਲੀ ਸੜਕਾਂ ਸੀ, ਲੋਕਡਾਊਨ ਸੀ, ਤਾਂ ਉਹ ਇੰਨਾ ਫਾਸਟ ਚਲਾ ਰਹੇ ਸੀ ਕਿ ਨਾ ਉਹਨਾਂ ਨੇ ਸਪੀਡ ਬ੍ਰੇਕਰ ਦੇਖਿਆ, ਨਾ ਉਹਨਾਂ ਨੇ ਕੋਈ ਟਰਨਿੰਗ ਪੁਆਇੰਟ ਦੇਖਿਆ, ਨਾ ਉਹਨਾਂ ਨੇ ਕੋਈ ਦੇਖਿਆ ਕਿ ਕੋਈ ਸਰਕਲ ਹੈ ਜਾਂ ਅਸੀਂ ਟਰਨ ਕਿਸ ਤਰ੍ਹਾਂ ਕਰਨਾ ਹੈ ਜਾਂ ਬ੍ਰੇਕ ਲਗਾਣੀ ਹੈ ਜਾਂ ਸਪੀਡ ਸਲੋ ਰੱਖਣੀ ਹੈ। ਇੰਨੀ ਜ਼ੋਰ ਦੀ ਬ੍ਰੇਕ ਲਗਾਈ ਕਿ ਮੈਂ ਮੇਰੇ ਨਾਲ ਜਿਹੜਾ ਪਾਰਟਨਰ ਸੀ, ਮੈਂ ਉਹਦੇ ਉੱਪਰ ਜਸਟ ਇਸ ਤਰ੍ਹਾਂ ਗਿਰ ਗਈ। ਮੇਰੇ ਕੰਨ ਤੇ ਵਾਲੀ ਜਗ੍ਹਾ ਤੇ ਥੋੜੀ ਚੋਟ ਵੀ ਲੱਗੀ। ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਆਰ ਯੂ ਆਲਰਾਈਟ, ਤੇ ਮੈਂ ਕਿਹਾ ਯਾ ਆਈ ਐਮ ਪਰਫੈਕਟਲੀ ਆਲਰਾਈਟ। ਤੇ ਹੁਣ ਦੇਖੋ, ਮੈਂ ਉਹਦੇ ਨਾਲ ਟੱਚ ਕੀਤਾ, ਹੁਣ ਮੈਨੂੰ ਨਹੀਂ ਪਤਾ ਉਸ ਬੰਦੇ ਨੂੰ ਹੈ ਪ੍ਰੋਬਲਮ ਹੈ ਜਾਂ ਨਹੀਂ ਹੈ, ਲੇਕਿਨ ਇਹ ਉਹਨਾਂ ਨੂੰ ਥੋੜਾ ਐਂਬੂਲੈਂਸ ਵਾਲਿਆਂ ਨੂੰ ਹਮੇਸ਼ਾ ਹੁੰਦਾ, ਮਨ ਵਿੱਚ ਡਰ ਹਮੇਸ਼ਾ ਹੁੰਦਾ ਜੀ। ਤੁਸੀਂ ਜਦੋਂ ਹਸਪੀਟਲ ਪਹੁੰਚੇ, ਹਸਪੀਟਲ ਜਾ ਕੇ ਤੁਹਾਡਾ ਕਿਸ ਤਰ੍ਹਾਂ ਦਾ ਸਲੂਕ ਹੋਇਆ? ਹਸਪੀਟਲ ਪਹੁੰਚ ਕੇ ਅਸੀਂ ਉੱਥੇ ਹਸਪੀਟਲ ਪਹੁੰਚੇ, ਉਹਨਾਂ ਨੇ ਉਤਾਰਿਆ ਸਾਨੂੰ, ਉਤਾਰ ਕੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਕਿਹੜੀ ਸਾਈਡ ਤੇ ਅਸੀਂ ਕਿੱਥੇ ਜਾਣਾ ਹੈ। ਤਾਂ ਉਹਨਾਂ ਨੇ ਕਿਹਾ ਜੀ ਦੇਖੋ ਇਹ ਲਾਈਨ ਲੱਗੀ ਹੋਈ ਹੈ, ਤੁਸੀਂ ਇੱਥੇ ਲਾਈਨ ਦੇ ਵਿੱਚ ਖੜੇ ਹੋ ਜਾਓ। ਤਾਂ ਅਸੀਂ ਦੇਖਿਆ ਕਿ ਸਾਡੇ ਅੱਗੇ 50-55 ਪਰਸਨਸ ਆਲਰੇਡੀ ਖੜੇ ਸੀ। ਉਸ ਟਾਈਮ 8 ਵਜੇ ਅਸੀਂ ਹਸਪੀਟਲ ਪਹੁੰਚ ਗਏ ਸੀ। 8 ਵਜੇ ਟਾਈਮ ਔਰ 50 ਤੋਂ 55 ਬੰਦੇ ਆਲਰੇਡੀ ਇੱਕ ਕਿਊ ਚ ਲੱਗੇ ਹੋਏ ਆ ਤੁਹਾਡੇ ਅੱਗੇ। ਓਕੇ, ਹਾਂਜੀ ਬਿਲਕੁਲ। ਉਹ 50-55 ਪਰਸਨ ਜਿਹੜੇ ਖੜੇ ਹੋਏ ਸੀ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਸੀ ਉਹਨਾਂ ਵਿੱਚ, ਸਭ ਇੱਕ ਦੂਸਰੇ ਨਾਲ ਚਿਪਕ ਕੇ ਖੜੇ ਹੋਏ ਆ ਕਿ ਸਾਡੀ ਟਰਨ ਆ ਜਾਏ, ਸਾਡੀ ਟਰਨ ਆ ਜਾਏ। ਤਾਂ ਉਹ ਦੇਖ ਕੇ ਤਾਂ ਸਾਨੂੰ ਇਸ ਤਰ੍ਹਾਂ ਲੱਗਿਆ ਕਿ ਅਸੀਂ ਇੱਥੇ ਕਿੱਥੇ ਪਹੁੰਚ ਗਏ, ਅਸੀਂ ਖੁਦ ਬਿਮਾਰ ਹੋ ਜਾਣਾ ਇੱਥੇ। ਕਈਆਂ ਨੇ ਸਵੈਟਰਸ ਵੀ ਪਾਈਆਂ ਸੀ। ਸਵੈਟਰਸ ਪਾਉਣ ਦਾ ਇਨ ਦਾ ਸੈਂਸ ਹੈ ਕਿ ਇੰਨੀ ਕੜੀ ਧੁੱਪ ਹੈ, ਇੰਨੀ ਧੁੱਪ ਦੇ ਵਿੱਚ ਲੋਕਾਂ ਨੇ ਸਵੈਟਰਸ ਪਾਈਆਂ, ਮੀਨਸ ਕਿ ਉਹ ਫੀਵਰ ਹੈ ਉਹਨਾਂ ਨੂੰ। ਠੀਕ ਹੈ, ਕਿੰਨੇ ਲੋਕ ਖਾਂਸੀ ਕਰ ਰਹੇ ਸੀ, ਕੋਈ ਉਹਨਾਂ ਨੇ ਹੈਂਕੀ ਵਗੈਰਾ ਨਹੀਂ ਯੂਜ਼ ਕਰ ਰਹੇ ਸੀ, ਕੋਈ ਉੱਥੇ ਸਿਕਿਉਰਿਟੀ ਨਹੀਂ ਸੀ, ਕੋਈ ਪੁਲਿਸ ਵਾਲਾ ਨਹੀਂ ਸੀ, ਕੋਈ ਪਾਣੀ ਦਾ ਅਰੇਂਜਮੈਂਟ ਨਹੀਂ ਸੀ। ਜਗ੍ਹਾ ਤੇ ਕਈ ਹਸਪੀਟਲ ਵਿੱਚ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸੀ, ਜੋ ਪੇਸ਼ੈਂਟ ਲਾਈਨ ਵਿੱਚ ਖੜੇ ਸੀ ਉਹਨਾਂ ਨੇ ਮਾਸਕ ਜਾਂ ਗਲਵਸ ਨਹੀਂ ਪਾਏ ਹੋਏ ਸੀ। ਮਾਸਕ ਬਹੁਤ ਘੱਟ ਲੋਕਾਂ ਨੇ ਪਾਏ ਸੀ, ਹੈਂਕੀ ਬੰਨ ਲਏ, ਦੁਪੱਟਾ ਬੰਨ ਲਿਆ, ਜਾਂ ਨਹੀਂ ਵੀ ਕੀਤਾ ਹੋਇਆ ਸੀ ਕਈਆਂ ਨੇ। ਜਿਹੜੇ ਸਪੈਸ਼ਲੀ ਜ਼ਿਆਦਾ ਖਾਂਸੀ ਕਰ ਰਹੇ ਸੀ ਉਹਨਾਂ ਨੇ ਤਾਂ ਬਿਲਕੁਲ ਹੀ ਕੁਐਸਚਨ ਨਹੀਂ ਕੀਤਾ ਹੋਇਆ ਸੀ, ਤੇ ਨਾ ਉਹਨਾਂ ਨੂੰ ਕੋਈ ਦੱਸ ਰਿਹਾ ਸੀ। ਈਵਨ ਮੈਂ ਔਰ ਮੇਰੀ ਬੇਟੀ ਜਾਂ 1-2 ਜਣੇ ਹੋਰ ਥੋੜੇ ਅੱਛੇ ਕੁਆਲੀਫਾਈਡ ਸੀ, ਅਸੀਂ ਸਗੋਂ ਉਹਨਾਂ ਨੂੰ ਬੋਲ ਰਹੇ ਸੀ ਕਿ ਬਈ ਤੁਸੀਂ ਸੋਸ਼ਲ ਡਿਸਟੈਂਸਿੰਗ ਲੈ ਕੇ ਖੜੇ ਹੋ, ਕਿਉਂ ਬਾਕੀਆਂ ਨੂੰ ਬਿਮਾਰ ਕਰ ਰਹੇ ਹੋ। ਅਸੀਂ ਖੁਦ ਹੀ ਉਹਨਾਂ ਨੂੰ ਗਾਈਡਲਾਈਨਸ ਦੇ ਰਹੇ ਸੀ, ਬਟ ਉੱਥੇ ਕੋਈ ਗਾਈਡਲਾਈਨ ਦੇਣ ਵਾਲਾ ਨਹੀਂ ਸੀ। ਤੇ ਜੇ ਕਿਸੇ ਨੂੰ ਕੁਝ ਕਹਿ ਫਿਰ ਉਹੀ ਲੜਾਈ ਝਗੜਾ ਸਟਾਰਟ ਹੋ ਜਾਂਦਾ ਸੀ ਜੀ। ਸੋ ਡਾਕਟਰ ਕਵਲਜੀਤ ਜੀ, ਕੀ ਸਾਨੂੰ ਜਦੋਂ ਹਸਪੀਟਲ ਵਿੱਚ ਕੋਈ ਜਾਂਦਾ ਹੈ, ਤੁਸੀਂ ਇੰਡੀਆ ਦਾ ਕਲਚਰ ਤੁਸੀਂ ਵਾਕਿਫ ਹੋ, ਇੰਡੀਆ ਦੇ ਕਲਚਰ ਤੋਂ ਵੀ ਵਾਕਿਫ ਹੋ, ਹਸਪੀਟਲਸ ਤੋਂ ਵਾਕਿਫ ਹੋ, ਜਿਹੜੇ ਸਰਕਾਰੀ ਹਸਪੀਟਲਸ ਹੁੰਦੇ ਆ ਉਹਨਾਂ ਤੋਂ ਵੀ ਵਾਕਿਫ ਹੋ ਤੁਸੀਂ, ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਸ ਤਰ੍ਹਾਂ ਦੇ ਸਾਡੇ ਕੋਲ ਕੋਰੋਨਾ ਵਾਇਰਸ ਦਾ ਇੱਕ ਅਸੀਂ ਨਾਮ, ਇੰਨਾ ਖੌਫਨਾਕ ਨਾਮ ਹੈ,
ਹਰ ਕੋਈ ਡਰ ਰਿਹਾ ਉਸ ਤੋਂ, ਤੇ ਹਸਪੀਟਲਸ ਵਿੱਚ ਇੱਕ ਰੂਲਸ ਰੈਗੂਲੇਸ਼ਨ ਲਿਸਟ ਹੋਣੀ ਚਾਹੀਦੀ ਸੀ ਕਿ ਜਦੋਂ ਕੋਈ ਪੇਸ਼ੈਂਟ ਆਂਦਾ ਤਾਂ ਉਸ ਨਾਲ ਕਿਸ ਤਰ੍ਹਾਂ ਦਾ ਵਰਤਾਓ ਹੋਣਾ ਚਾਹੀਦਾ ਔਰ ਉਸ ਦੀ ਡਿਸਟੈਂਸਿੰਗ ਕਿੰਨੀ ਹੋਣੀ ਚਾਹੀਦੀ ਹੈ। ਜਿਵੇਂ ਗੁਰਲੀਨ ਕੌਰ ਜੀ ਨੇ ਦੱਸਿਆ ਕਿ 50 ਤੋਂ 55 ਬੰਦੇ ਆਲਰੇਡੀ ਇੱਕ ਲਾਈਨ 'ਚ ਲੱਗੇ ਹੋਏ ਸੀ ਔਰ ਉਹਦੇ ਵਿੱਚ ਵੀ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਸੀ। ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ 50-55 ਬੰਦੇ ਅਸੀਂ ਉਮੀਦ ਕਰਾਂਗੇ ਕਿ ਸਾਰਾ ਦਾ ਟੈਸਟ ਨੈਗੇਟਿਵ ਆਏ, ਪਰ ਉਹਨਾਂ 'ਚੋਂ ਹੋ ਸਕਦਾ ਕਿ ਇੱਕ ਪਰਸਨ ਨੂੰ ਵੀ ਅਗਰ ਪੋਜ਼ਿਟਿਵ ਦੇ ਸਿੰਪਟਮਸ ਹੈਗੇ ਨੇ ਤਾਂ ਕਿਤੇ ਨਾ ਕਿਤੇ ਹੋਰਨਾਂ ਲੋਕਾਂ ਨੂੰ ਹਸਪੀਟਲ ਪਹੁੰਚ ਕੇ ਕੋਰੋਨਾ ਵਾਇਰਸ ਹੋ ਜਾਏਗਾ। Totally. And you said it, ਦੋਨਾਂ ਨੇ ਮਿਲ ਕੇ ਪੂਰਾ ਆਨਸਰ ਇਸ ਵਿੱਚ ਤੁਹਾਡੇ ਕੁਐਸਚਨ 'ਚ ਆਨਸਰ ਹੀ ਹੈਗਾ ਹੈ ਕਿ when how she describes is that they were in the queue, social distance ਹੈ ਹੀ ਨਹੀਂ ਸੀ, and they were coughing, they were already looking sick, and as she said the sweaters, that's telling that they are already having the chills, that means they have the fever. So ਉਸ 'ਚ ਮੈਨੂੰ ਲੱਗਦਾ ਕਿ 50% ਜ਼ਿਆਦਾ symptomatic, and maybe many of them are asymptomatic positive too. Normally ਇੱਥੇ ਹੁਣ ਜਿਸ ਤਰ੍ਹਾਂ ਹੋ ਰਿਹਾ ਵੇ, you know, it's lockdown here too in America, ਤੇ ਮੈਂ ਜਿਹੜਾ ਟੈਸਟ ਕਰਨਾ ਹੁੰਦਾ ਹੈ, it's you make the appointment with the doctor who is going to do it, and that only patient will be there, and ਉੱਥੇ ਤੇ you know, you don't have to have the room. ਇੱਥੇ ਕੀ ਹੋ ਰਿਹਾ ਜਿਸ ਤਰ੍ਹਾਂ ਕਿ ਗੁਰਲੀਨ ਜੀ, you can educate now, you have to go above the problem you had it, you take there and you educate the people and the doctors and the whatever level you can go on, ਕਿ ਜਿਸ ਤਰ੍ਹਾਂ patient ਦਾ ਲੈਣਾ ਹੈ ਤਾਂ ਉਸ appointment ਆ ਕੇ the doctor goes in the parking lot in his or her car to take the swab or the blood test. And that's a proper way. ਹੁਣ ਕਹੋਗੇ ਕਿ ਬਈ ਉੱਥੇ ਬਹੁਤ population ਬਹੁਤ ਜ਼ਿਆਦਾ ਹੈ, ਇਤਨਾ ਜ਼ਿਆਦਾ ਕਿਸ ਤਰ੍ਹਾਂ ਹੋ ਸਕਦਾ? ਬਾਬਾ ਇਤਨੀ ਖੁੱਲੀ ਜਗ੍ਹਾ ਹੈਗੀ, ਕਮ ਸੇ ਕਮ ਥੋੜੇ ਦੂਰ ਜਾ ਕੇ ਡਾਕਟਰਸ ਨੂੰ ਔਰ ਲੈਬ ਅਸਿਸਟੈਂਟਸ ਨੂੰ they have to come up, and ਉੱਥੇ ਜਿਹੜਾ ਪੇਸ਼ੈਂਟ ਆਉਂਦਾ ਨਾ, ਪੇਸ਼ੈਂਟ ਨੂੰ ਇਸ ਤਰ੍ਹਾਂ ਟ੍ਰੀਟ ਕਰਦੇ ਨੇ ਜਿਸ ਤਰ੍ਹਾਂ ਕਿ the doctors and nurses, they think they are the Lord. They don't treat patient correctly, ਉਹਨਾਂ ਨੇ information ਨਹੀਂ ਦਿੰਦੇ ਨੇ। So ਫਿਰ ਮੈਂ I have to be other side too, you know, I have to be fair to the doctors, और डॉक्टर्स नाल मैं गल करनी है तो आखते ने कि क्या करें डॉक्टर साहब, यहाँ पर इतने ज्यादा मरीज हैं कि किसको अटेंशन दें, किसको एक्सप्लेन करें। सो ਉਹਨਾਂ ਦੀ ਵੀ ਗੱਲ ਕੁਝ ਹੱਦ ਤੱਕ ਠੀਕ ਹੈ, ਜ਼ਿਆਦਾ ਪੋਪੂਲੇਸ਼ਨ ਕੀ ਸੇ ਇਹ ਨਾ ਸਾਡੇ ਐਕਚੁਅਲੀ ਜਿਹੜੇ ਲੀਡਰਸ ਨੇ ਨਾ, ਹੁਣ ਕਿਸ ਨੂੰ ਕਹੋਗੇ ਉਸ ਉੱਥੇ ਆ ਜਾਂਦੀ ਗੱਲ, ਉਹਨਾਂ ਨੂੰ ਜ਼ਿਆਦਾ ਅਰੇਂਜ ਕਰਨਾ ਪਏਗਾ। ਉਹ ਜਦ ਤੱਕ ਨਹੀਂ ਉਹਨਾਂ ਨੂੰ ਆਪਣੇ ਤੋਂ ਉੱਪਰ ਉੱਠ ਕੇ ਇਹ ਸੋਚਣਾ ਪਏਗਾ ਕਿ ਜਨਸੰਖਿਆ ਦਾ ਇਹਨਾਂ ਕਿਸ ਤਰ੍ਹਾਂ, ਇਹਨਾਂ ਦਾ ਭਲਾਈ ਕਿਸ ਤਰ੍ਹਾਂ ਕੀਤੀ ਜਾਏ। ਤਾਂ ਨਹੀਂ ਹੋ ਸਕਦਾ। I mean, ਤੁਹਾਨੂੰ ਸਭ ਨੂੰ ਪਤਾ ਹੈ ਜਿਹੜੇ ਆਪਣੇ ਕੀ ਨਾਮ ਉਹਨਾਂ ਦਾ, ਜਿਹੜੇ ਕੀਰਤਨੀ ਸੀ, ਹਜੂਰੀ ਕੀਰਤਨੀ ਨਿਰਮਲ ਸਿੰਘ ਜੀ ਹੈ ਨਾ, ਤੇ ਉਹ ਉਹਨਾਂ ਨੂੰ ਪਰਿਵਾਰ ਨੂੰ ਜਾਣਨੀ, ਮੈਂ ਉਹਨਾਂ ਨੇ ਦੱਸਿਆ ਵੇ ਕਿ 4 ਘੰਟੇ ਅੰਦਰ ਉਹ ਬੈਠੇ ਰਹਿਣਾ, ਉਹਨਾਂ ਨੂੰ nurse ਤੱਕ ਪੁੱਛਣ ਨਹੀਂ ਆਈ, because they thought he is in the hospital because he has a corona and he'll give it to everybody. So ਉਹ 4 ਘੰਟੇ ਉਹਨਾਂ ਨੂੰ ਕੋਈ ਟੱਚ ਨਹੀਂ ਕਰਨ ਆਇਆ ਇਸ ਹਸਤੀ ਨੂੰ, ਤੇ ਫਿਰ ਹੋਰਾਂ ਦਾ ਕੀ ਆਵੇਗਾ? Just imagine that. So that it was not done in medical way or human way, it was very inhuman. ਜਿਹੜਾ ਤੁਸੀਂ ਗਏ ਹੋ ਤੇ ਮੈਂ ਸੱਚੀ ਮੁੱਚੀ ਗੁਰਲੀਨ ਜੀ ਇਹ ਸੋਚਣਗੇ ਕਿ ਮੈਨੂੰ ਮਿਲ ਗਿਆ, ਆਲਰੇਡੀ ਮਿਲ ਗਿਆ ਇੰਨੀ ਜਗ੍ਹਾ ਤੇ, you know, so I don't know what to say more than that. ਜੀ ਰਚਨਾ ਜੀ ਇੱਥੇ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਕਿਉਂਕਿ ਤੁਸੀਂ ਸਰੀ ਵਿੱਚ ਰਹਿ ਰਹੇ ਹੋ, ਕੈਨੇਡਾ ਵਿੱਚ ਰਹਿ ਰਹੇ ਹੋ, ਔਰ ਕੈਨੇਡਾ ਵਿੱਚ ਨੈਚੁਰਲੀ ਗੱਲ ਹੈ ਇਸ ਸਮੇਂ ਪੂਰੀ ਦੁਨੀਆ ਦੀ ਜੇਕਰ ਗੱਲ ਕਰੀਏ ਤਾਂ ਪੂਰੀ ਦੁਨੀਆ ਵਿੱਚ ਡਾਕਟਰਸ ਕੋਰੋਨਾ ਵਾਇਰਸ ਲਈ ਰੈਡੀ ਨਹੀਂ ਸੀ। ਉਹਨਾਂ ਲਈ ਵੀ ਇੱਕ ਨਵੀਂ ਚੀਜ਼ ਸੀ ਕਿ ਆਖਰ ਇਸ ਦਾ ਅਸੀਂ ਮੁਕਾਬਲਾ ਕਿਵੇਂ ਕਰੀਏ, ਇੱਕ ਇਨਵਿਜ਼ੀਬਲ ਐਨਮੀ ਹੈ, ਇਸ ਦਾ ਅਸੀਂ ਮੁਕਾਬਲਾ ਕਿਵੇਂ ਕਰੀਏ। ਆਪਣੇ ਵੱਲੋਂ ਜ਼ਰੂਰ ਉਹਨਾਂ ਨੇ ਜਿਹੜੇ ਛੋਟੇ ਸਿੰਪਟਮ ਸੀ, ਬੁਖਾਰ, ਖਾਂਸੀ, ਜ਼ੁਕਾਮ, ਸਨੀਜ਼, ਇਹਦਾ ਇਲਾਜ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਐਗਜ਼ੈਕਟ ਵੈਕਸੀਨ ਨਹੀਂ ਪਤਾ ਸੀ ਕੋਰੋਨਾ ਵਾਇਰਸ ਤੋਂ। ਅਸੀਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਡਾਕਟਰਸ ਨੂੰ ਇਸ ਬਾਰੇ ਨਹੀਂ ਪਤਾ, ਪਰ ਹਸਪੀਟਲਸ ਕਿਸ ਤਰ੍ਹਾਂ ਆਪਣੇ ਆਪ ਨੂੰ ਰੈਡੀ ਰੱਖਦੇ ਨੇ ਕੈਨੇਡਾ ਵਿੱਚ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ। ਕਿਉਂਕਿ ਜਿਵੇਂ ਗੁਰਲੀਨ ਕੌਰ ਜੀ ਨੇ ਦੱਸਿਆ ਕਿ 50 ਤੋਂ 55 ਪੇਸ਼ੈਂਟਸ, 50 ਤੋਂ 55 ਜਿਹੜੇ ਮਰੀਜ਼ ਨੇ ਇੱਕੋ ਲਾਈਨ ਵਿੱਚ ਲੱਗੇ ਹਨ, ਸੋਸ਼ਲ ਡਿਸਟੈਂਸਿੰਗ ਬਿਲਕੁਲ ਹੈ ਨਹੀਂ। ਕੈਨੇਡਾ ਵਿੱਚ ਤੁਸੀਂ ਕੀ ਦੇਖਦੇ ਹੋ ਹਸਪੀਟਲਸ ਵਿੱਚ?
ਜੀ ਮੇਰਾ ਆਪਣਾ ਤਾਂ ਮੌਕਾ ਲੱਗਿਆ ਨਹੀਂਗਾ ਇੱਕ ਹਸਪੀਟਲ ਵਿੱਚ ਜਾਣ ਦਾ, ਪਰ ਜਿੰਨੀ ਕਿ ਮੈਂ ਰਿਪੋਰਟਸ ਦੇਖ ਰਹੀ ਹੈਗੀ ਆ ਉਹਦੇ ਵਿੱਚ ਬਹੁਤ ਹੀ ਇੱਕ ਤਾਂ ਮੈਂ ਥੋੜਾ ਜਿਹਾ ਕਹੂੰਗੀ ਕਿ ਇਹ ਬਹੁਤ ਹੀ ਅਸੀਂ ਡਿਵੈਲਪਡ ਕੰਟਰੀਜ਼ ਵਿੱਚ ਰਹਿ ਰਹੇ ਹੈਗੇ ਆ, ਪਰ ਇਹ ਵਾਲੀ ਕੰਟਰੀਜ਼ ਵੀ ਅਜੇ ਪੂਰੀ ਤੁਸੀਂ ਕਿਹਾ ਕਿ ਦੇ ਵਰ ਨਾਟ ਇਵਨ ਪ੍ਰੀਪੇਅਰਡ ਫॉर दैट, ਪਰ ਇਹਨਾਂ ਨੇ ਆਪਣਾ ਪਿਛਲੇ ਕਈ ਸਾਲਾਂ ਵਿੱਚ ਜਿਹੜਾ ਮੈਡੀਕਲ ਖੇਤਰ ਹੈਗਾ ਉਹਦੇ ਵਿੱਚ ਕਾਫੀ ਜ਼ਿਆਦਾ ਇਨਵੈਸਟਮੈਂਟ ਕੀਤੀ ਹੋਈ ਸੀਗੀ, ਤੇ ਇਨ ਅ ਵੇ ਕਿ ਉਹਨਾਂ ਨੂੰ ਇਹ ਸੀਗਾ ਕਿ ਕਿਸੇ ਤਰ੍ਹਾਂ ਜਦ ਵੀ ਕੋਈ ਪੈਂਡੈਮਿਕ ਆਉਂਦਾ ਹੈ ਤੇ ਦੇ ਵੁੱਡ ਹਾਊ ਵੁੱਡ ਦੇ ਹੈਂਡਲ ਇਟ, ਐਂਡ ਸੋ ਉਹਦਾ ਉਹਨਾਂ ਨੇ ਪੂਰਾ ਧਿਆਨ ਰੱਖਿਆ। ਇਟ ਵਾਸ ਐਨ ਇਵੋਲਵਿੰਗ, ਵੀ ਨੋ ਦੈਟ ਕੋਵਿਡ-19 ਇਜ਼ ਐਨ ਇਵੋਲਵਿੰਗ ਸਿਚੁਏਸ਼ਨ। ਸਭ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਜਾ ਰਹੀ ਸੀਗੀ ਫਰੋਮ ਦੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਸਾਡੇ, ਔਰ ਬਹੁਤ ਹੀ ਸਾਇੰਟੀਫਿਕ ਰਿਸਰਚ ਬੇਸਡ ਜਿਹੜੀ ਇਨਫੋਰਮੇਸ਼ਨ ਬਹੁਤ ਹੀ ਸ਼ੁਰੂ ਤੋਂ ਲੋਕਾਂ ਤੱਕ ਪ੍ਰੋਵਾਈਡ ਹੋ ਰਹੀ ਸੀ ਉਹਨਾਂ ਨੂੰ। ਤੇ ਨਾਲ ਜਿਵੇਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੋ ਰਹੀ ਹੈ, ਜਿਹੜੇ ਐਜ਼ ਅ ਸੁਸਾਇਟੀ ਜਿਹੜੀ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ, ਵੀ ਵਰ ਬੀਇੰਗ ਟੋਲਡ ਦੋਸ ਐਵਰੀ ਡੇ। ਜਿੱਥੇ ਟੈਸਟਿੰਗ ਹੋ ਰਹੀ ਹੈ, ਟੈਸਟਿੰਗ ਦੇ ਜਗ੍ਹਾ ਰੱਖੀ ਗਈ ਸੀਗੀ। ਆਈ ਐਮ ਨਾਟ ਅ ਸਾਇੰਸ, ਮੈਂ ਕੋਈ ਡਾਕਟਰ ਨਹੀਂ ਹੈਗੀ ਆ, ਕਮਲਜੀਤ ਜੀ ਬਹੁਤ ਅੱਛੀ ਤਰ੍ਹਾਂ ਐਡ ਕਰ ਪਾਉਣਗੇ, ਪਰ ਜਿੰਨਾ ਕਿ ਸਾਨੂੰ ਦੱਸਿਆ ਗਿਆ ਟੈਸਟਿੰਗ ਬਾਰੇ ਵੀ ਕਿ ਵੀ ਨੋ ਦੈਟ ਦ ਪਰਸਨ who contracts COVID-19 ਉਹਦੇ symptoms ਇੱਕਦਮ ਜਲਦੀ ਨਹੀਂ ਆ ਜਾਂਦੇ, that's why this is the 14-day period ਜਿਹੜਾ ਉਹਨੂੰ ਸੈਲਫ ਆਈਸੋਲੇਸ਼ਨ ਲਈ ਕਿਹਾ ਜਾਂਦਾ ਹੈ, ਜਦੋਂ ਕਿ symptoms ਆਣੇ ਸ਼ੁਰੂ ਹੋ ਜਾਣਗੇ। ਸੋ ਇਹ ਬਹੁਤ ਜ਼ਿਆਦਾ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀਗੀਆਂ। everybody was being told, is being told even now ਕਿ ਤੁਹਾਨੂੰ ਕਿਵੇਂ ਦੇ ਸਿੰਪਟਮਸ ਹੋਣਗੇ, ਤੁਹਾਡੀ ਸੈਲਫ ਅਸੈਸਮੈਂਟ ਟੂਲਸ ਦਿੱਤੇ ਜਾ ਰਹੇ, ਕਿਉਂਕਿ ਅਸੀਂ ਇੰਨੇ ਪੈਨਿਕ ਦੇ ਮਾਹੌਲ ਵਿੱਚ ਹੈਗੇ ਆ। ਜੇ ਸਾਨੂੰ ਜ਼ੁਕਾਮ ਵੀ ਲੱਗਦਾ ਹੈ ਤੇ ਐਵਰੀਬਾਡੀ ਇਜ਼ ਫੀਲਿੰਗ ਕਿ ਕੋਵਿਡ-19 ਤਾਂ ਨਹੀਂ ਹੋ ਗਿਆ। ਮੈਂ ਆਪਣੇ ਘਰ 'ਚ ਵੀ ਕਹੂੰਗੀ, ਆਈ ਹੈਵ ਮੇਰੇ ਬਜ਼ੁਰਗ ਪੇਰੈਂਟਸ ਰਹਿੰਦੇ ਆ ਮੇਰੇ ਕੋਲ, ਮਾਈ ਮਮ 4-5 ਹਫ਼ਤੇ ਪਹਿਲਾਂ ਉਹ ਕਹਿਣ ਲੱਗੇ ਮੇਰਾ ਗਲਾ ਦੁਖ ਰਿਹਾ, ਔਰ ਉਹਨਾਂ ਦਾ ਸਾਈਕੋਲੋਜੀਕਲ ਸੀਗਾ, ਆਈ ਕੁਡ ਫੀਲ ਇਟ, ਸ਼ੀ ਵਾਸ ਪੈਨਿਕਿੰਗ, ਸ਼ੀ ਸੈਡ ਮੈਨੂੰ ਲੱਗਦਾ ਕਿਤੇ ਹੋ ਨਾ ਗਿਆ ਹੋਵੇ, ਹਾਲਾਂਕਿ ਸ਼ੀ ਡਸਨਟ ਗੋ ਐਨੀਵੇਅਰ, ਉਹਨਾਂ ਦੇ ਹੋਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਘੱਟ ਸੀਗੀ। ਸੋ ਬਟ ਵੈਨ ਸ਼ੀ kept on saying it, I said okay, I'll do your self assessment। ਉਹ ਇੱਕ ਟੂਲ ਸੀਗਾ ਜਿਹੜਾ ਮੈਂ ਕੀਤਾ। ਮੈਂ ਕਿਹਾ ਮਮ ਯੂ ਡੋਂਟ ਹੈਵ ਇਟ, ਤੁਹਾਨੂੰ ਕੋਈ ਰੈਸਪੀਰੇਟਰੀ ਸਿੰਪਟਮਸ ਨਹੀਂ ਹੈਗੇ, ਤੁਹਾਨੂੰ ਬੁਖਾਰ ਨਹੀਂ ਹੈਗਾ, ਯੂ ਡੋਂਟ ਹੈਵ ਇਟ, ਰਾਈਟ। ਫਿਰ ਵੀ ਉਹ ਮੰਨ ਨਹੀਂ ਰਹੇ। then she called our doctor ਨੇ ਵੀ ਕੀਤਾ self assessment and she was fine। ਮੈਂ ਸਿਰਫ ਇਹ ਕਹੂੰਗੀ ਕਿ this is how Canada is dealing with it, rather than ਕਿ ਜਿਵੇਂ ਗੁਰਲੀਨ ਜੀ ਦੱਸ ਰਹੇ ਹੈ 14 ਦਿਨ ਉਹ ਰਹਿ ਚੁੱਕੇ ਸੀਗੇ with no symptoms, suddenly health officials come, put the quarantine sign on you, not even check with you ਕਿ ਤੁਹਾਡੇ ਕੋਈ symptoms ਹੈਗੇ ਹੈ ਕਿ ਨਹੀਂ। ਉਹਨਾਂ ਨੂੰ ਤੁਹਾਨੂੰ respiratory problems ਆ ਰਹੀਆਂ, ਤੁਹਾਨੂੰ ਬੁਖਾਰ ਆ ਰਿਹਾ। ਸੋ ਮੈਨੂੰ ਤਾਂ ਜਿਹੜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੀ ਵੀ ਜੋ ਕੁਝ ਹੋਇਆ ਗੁਰਲੀਨ ਜੀ ਨਾਲ, ਇਟ ਇਜ਼ ਲਾਈਕ ਕੋਈ ਵੀ ਜਿਹੜਾ ਪ੍ਰੋਟੋਕੋਲ ਜਿਹੜਾ ਫੋਲੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਔਰ ਉਹਦਾ ਮੈਂ ਇਹੀ ਕਹੂੰਗੀ ਕਿ society as such has not grown there। ਜਿਹੜੀਆਂ ਇਨਵੈਸਟਮੈਂਟ ਸਾਨੂੰ ਆਈ ਨੋ ਭਾਰਤ ਇੱਕ ਗਰੀਬ ਮੁਲਕ ਹੈ, ਜੇ ਕੰਪੇਅਰ ਕਰਕੇ ਦੇਖੀ ਜਾਈਏ ਕੈਨੇਡਾ ਅਮਰੀਕਾ ਦੇ ਮੁਕਾਬਲੇ ਤੇ ਕਈ ਚੀਜ਼ਾਂ ਦੀ ਐਕਸਪੈਕਟੇਸ਼ਨਸ ਅਸੀਂ ਨਹੀਂ ਰੱਖ ਸਕਦੇ ਉਸ ਮੁਲਕ ਤੋਂ, ਪਰ ਮੈਂ ਇਹ ਕਹੂੰਗੀ ਕਿ ਜਿੰਨੇ ਵੀ ਰਿਸੋਰਸਿਸ ਹੈਗੇ, ਜੇ ਅਸੀਂ ਐਜੂਕੇਸ਼ਨ ਤੇ, ਆਪਣੀ ਰਿਸਰਚ ਤੇ, ਆਪਣੀ ਸਾਇੰਸ ਦੇ ਉੱਤੇ ਲਾਏ ਹੋਣ rather than on the sundry things that don't matter to people, I think they would have been much more capable to handle this pandemic। ਜੀ ਗੁਰਲੀਨ ਕੌਰ ਜੀ, ਇੱਕ ਵਾਰੀ ਫਿਰ ਮੈਂ ਤੁਹਾਡੇ ਕੋਲ ਹੀ ਆਵਾਂਗਾ ਕਿਉਂਕਿ ਮੈਨੂੰ ਬਹੁਤ ਹੁਣ ਤੁਹਾਨੂੰ ਜਲਦੀ ਦੱਸਣਾ ਪਏਗਾ ਕਿਉਂਕਿ ਮੇਰੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਕਿ ਆਖਰ ਹਸਪੀਟਲ ਵਿੱਚ ਜਾ ਕੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਅ ਹੋਇਆ, ਕਿ ਡਾਕਟਰਸ ਨੇ ਤੁਹਾਡੇ ਨਾਲ ਕੋਆਪਰੇਟ ਕੀਤਾ ਪੂਰਾ ਜਾਂ ਨਹੀਂ ਕੀਤਾ, ਔਰ ਡਾਕਟਰਸ ਦਾ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ, ਬਹੁਤ ਜਲਦੀ ਵਿੱਚ ਤੁਹਾਨੂੰ ਦੱਸਣਾ ਪਏਗਾ ਕਿਉਂਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਜਦੋਂ 4.5 ਘੰਟੇ ਬਾਅਦ ਸਾਡੀ ਟਰਨ ਆਉਂਦੀ ਹੈ ਤਾਂ ਡਾਕਟਰਸ ਆਪਣੀ ਪੂਰੀ ਸੇਫਟੀ ਵਿੱਚ ਬੈਠੇ ਹੈ। ਨੋ ਡਾਊਟ ਕਿ ਅਸੀਂ ਵੀ ਕਹਿੰਦੇ ਹਾਂ ਕਿ ਡਾਕਟਰਸ ਨੂੰ ਵੀ ਆਪਣੀ ਸੇਫਟੀ ਲਈ ਸਭ ਕੁਝ ਸਾਰੇ ਮੈਜਰਸ ਲੈਣੇ ਚਾਹੀਦੇ ਹੈ। ਤਾਂ ਡਾਕਟਰਸ ਜਿਹੜੇ ਉਹ ਬੈਠੇ ਹੈ, ਉਹਨਾਂ ਦੇ ਅੱਗੇ 3 ਟੇਬਲਸ ਹੈ, ਇੱਕ ਰੂਮ ਤੋਂ ਦੂਸਰੇ ਰੂਮ ਤੱਕ ਇਸ ਤਰ੍ਹਾਂ ਦਾ ਇੱਕ ਟੈਂਟ ਬਣਿਆ ਹੋਇਆ। ਤਾਂ ਉਹ ਆਪਣਾ ਸਾਨੂੰ ਬੋਲ ਰਹੇ ਹੈ ਕਿ ਹਾਂਜੀ ਤੁਸੀਂ ਆਪਣਾ ਨੇਮ ਦੱਸੋ, ਬਾਇਓਡਾਟਾ ਦੱਸੋ, ਤੁਹਾਨੂੰ ਕੀ ਪ੍ਰੋਬਲਮ ਹੈ। ਤਾਂ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਕੋਈ ਸਿੰਪਟਮ ਨਹੀਂ ਹੈ ਤੇ ਸਾਡਾ ਟਾਈਮ ਸੀ, ਇਸ ਕਰਕੇ ਅਸੀਂ ਇੱਥੇ ਚੈੱਕਅਪ ਲਈ ਆਏ। ਤਾਂ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਸਵੇਰੇ 8 ਵਜੇ ਆ ਜਾਣਾ, ਤੁਹਾਨੂੰ ਐਂਬੂਲੈਂਸ ਲੈਣ ਆ ਜਾਏਗੀ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਇੱਥੇ ਤਾਂ ਆਲਰੇਡੀ ਇੰਨਾ ਇਸ ਤਰ੍ਹਾਂ ਦੀ ਪ੍ਰੋਬਲਮ ਹੈ, ਤਾਂ ਤੁਸੀਂ ਉਹ ਕਹਿ ਰਹੇ ਕਿ ਤੁਸੀਂ ਇਸ ਤਰ੍ਹਾਂ ਕਰੋ ਮੈਮ, ਆਪ ਨਾ ਬਾਹਰ ਸੇ ਕਰਵਾ ਲਓ, ਬਾਹਰ ਤੋਂ ਫ੍ਰੀ ਹੋ ਜਾਏਗਾ। ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਅਸੀਂ ਬਾਹਰੋਂ ਕਰਵਾ ਲਾਂਗੇ। ਬਟ ਐਕਚੁਅਲੀ ਕੀ ਸੀਗਾ ਕਿ ਅਸੀਂ ਜਦੋਂ ਨੈਕਸਟ ਡੇ ਟੈਸਟ ਕਰਵਾਉਣ ਲਈ ਬਾਹਰੋਂ ਕਰਵਾਇਆ ਤਾਂ ਸਾਨੂੰ 4500 ਦੇਣੇ ਪਏ, ਉੱਥੇ ਕੋਈ ਫ੍ਰੀ ਨਹੀਂ ਸੀ। ਉਹਨਾਂ ਨੂੰ ਬੋਲਿਆ ਕਿ ਸਾਨੂੰ, ਉਹ ਕਹਿ ਰਹੇ ਕਿ ਗਵਰਨਮੈਂਟ ਅਪਰੂਵਡ ਹੈ, ਲੇਕਿਨ ਉਹ ਕਹਿ ਰਹੇ ਨਹੀਂ ਕੋਈ ਇਸ ਤਰ੍ਹਾਂ ਦੀ ਸਾਡੇ ਕੋਲ ਕੁਛ ਨਹੀਂ ਹੈ, ਤੁਹਾਨੂੰ 4500 ਦੇਣੇ ਪੈਣਗੇ ਤਾਂ ਤੁਹਾਡਾ ਟੈਸਟ ਹੋਏਗਾ। ਤਾਂ ਅਸੀਂ 4500 ਦੇ ਕੇ ਨੈਕਸਟ ਡੇ ਟੈਸਟ ਕਰਵਾਇਆ ਬਾਹਰ।
ਹੁਣ ਅਸੀਂ ਘਰ ਕਿਸ ਤਰ੍ਹਾਂ ਜਾਣਾ? ਇੰਨਾ ਫੋਨ ਕਰਨ ਦੇ ਬਾਅਦ ਇੱਕ ਹੈਲਥ ਡਿਪਾਰਟਮੈਂਟ ਵਾਲਿਆਂ ਨੇ ਪਤਾ ਨਹੀਂ ਕਿਸ ਤਰ੍ਹਾਂ ਰੱਬ ਵੱਲੋਂ ਉਹਨਾਂ ਨੂੰ ਤਰਸ ਆਇਆ ਜਾਂ ਕੁਛ ਆਇਆ ਤਾਂ ਉਹਨਾਂ ਨੇ ਇੱਕ ਐਂਬੂਲੈਂਸ 550 ਤੇ ਸਾਡੇ ਕੋਲ ਐਂਬੂਲੈंस आती है हॉस्पिटल में, जबकि हॉस्पिटल के गेट कीपर्स भी सानू कहने लगे कि मैम आप दोनों क्या कर रहे हो यहाँ पे, आप जाओ घर क्यों नहीं जा रहे हो, यहाँ पे आपको कोई छोड़ने नहीं जाएगा। ਤੁਸੀਂ ਇਹ ਦੇਖੋ ਕਿ ਆਲਰੇਡੀ ਅਸੀਂ ਥੱਕੇ ਹੋਏ ਹਾਂ, ਸਾਡੇ ਕੋਲ ਉੱਥੇ ਕੋਈ ਪਾਣੀ ਦਾ ਅਰੇਂਜਮੈਂਟ ਨਹੀਂ ਹੈ, ਕੈਂਟੀਨਸ ਬੰਦ ਹੈ, ਸ਼ਾਪਸ ਬੰਦ ਹੈ, ਅਸੀਂ ਸਵੇਰ ਦੇ 7 ਵਜੇ ਦੇ ਨਿਕਲੇ ਹਾਂ, ਨਾ ਕੁਝ ਖਾਇਆ ਨਾ ਪੀਆ ਨਾ ਪਾਣੀ ਪੀਤਾ, ਚੱਕਰ ਆ ਰਿਹਾ, ਇੱਕ ਵੈਸੇ ਹੈਰਾਸਮੈਂਟ ਇੰਨੀ ਹੈ, ਇੱਕ ਇੰਨੀ ਪਬਲਿਕ ਇੰਨੀ ਬਿਮਾਰੀ ਦੇਖ ਕੇ ਖੁਦ ਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਸੀ ਕਿ ਅੱਜ ਅਸੀਂ ਇੱਥੋਂ ਦੀ ਚਲੇ ਜ਼ਰੂਰ ਜਾਵਾਂਗੇ, ਲੇਕਿਨ ਲੱਗਦਾ ਹੈ ਕਿ ਸਾਨੂੰ 28 ਕੁਆਰੰਟਾਈਨ ਜਿਹੜੇ ਡੇਜ਼ ਹੈ ਨਾ ਉਹ ਸਾਡੇ ਵੇਸਟ ਹੋ ਲੱਗਦਾ, ਸਾਨੂੰ ਘਰ ਜਾ ਕੇ ਕੁਛ ਨਾ ਕੁਛ ਅੱਜ ਹੋ ਹੀ ਜਾਣਾ। ਤਾਂ 550 ਤੇ ਇੱਕ ਐਂਬੂਲੈਂਸ ਆਉਂਦੀ ਹੈ, ਉਹ ਸਾਨੂੰ ਘਰ ਛੋੜ ਕੇ ਜਾਂਦੀ ਹੈ। ਅਸੀਂ ਇੰਨੇ ਫੋਨ ਕਰਨ ਦੇ ਤੁਸੀਂ ਸੋਚ ਨਹੀਂ ਸਕਦੇ ਕਿ ਅਸੀਂ ਉਸ ਟਾਈਮ ਕਿੰਨੇ ਫੋਨ ਕੀਤੇ ਹੋਣਗੇ, 200-300 ਫੋਨ ਅਸੀਂ ਕੀਤਾ ਹੋਏਗਾ, ਹਰ 2 ਮਿੰਟ ਬਾਅਦ ਫੋन, हर 2 मिनट बाद फोन। लेकिन उतों यही रिस्पॉन्स आ रहा है कि मैम आप 4 घंटे भी खड़े रहोगे, आपको कोई लेने नहीं आएगा, आपको कोई छोड़ने नहीं जाएगा, आपको कोई छोड़ने नहीं जाएगा। ਤੇ ਐਟ ਲਾਸਟ ਅਸੀਂ 6:30 ਵਜੇ ਘਰ। ਸੋ ਗੁਰਲੀਨ ਜੀ ਜਿਸ ਤਰ੍ਹਾਂ ਤੁਸੀਂ ਠੀਕ ਹੈ, ਸੋ ਗੁਰਲੀਨ ਜੀ ਜਿਸ ਤਰ੍ਹਾਂ ਤੁਸੀਂ ਇਹ ਪੂਰੀ ਦੱਸਿਆ ਕਿ ਜੋ ਤੁਹਾਡੇ ਨਾਲ ਵਾਕਿਆ ਹੋਇਆ ਹੈ, ਬਾਕੀ ਇੱਕ ਸ਼ਰਮਸਾਰ ਵਾਕਿਆ ਜ਼ਰੂਰ ਅਸੀਂ ਕਿਹਾ ਜਾ ਸਕਦਾ, ਕਿਉਂਕਿ ਅਸੀਂ ਹਰ ਇੱਕ ਹਸਪੀਟਲ ਤੇ ਇਲਜ਼ਾਮ ਨਹੀਂ ਲਗਾ ਸਕਦੇ ਕਿ ਹਰ ਹਸਪੀਟਲ ਵਿੱਚ ਇਹ ਵਾਕਿਆ ਹੋਇਆ ਹੋਏਗਾ, ਹਰ ਪੇਸ਼ੈਂਟ ਨਾਲ ਇਹ ਵਾਕਿਆ ਹੋਇਆ ਹੋਏਗਾ, ਪਰ ਜਿਸ ਤਰ੍ਹਾਂ ਨਾਲ ਤੁਹਾਡੇ ਨਾਲ ਹੋਇਆ ਬਾਕੀ ਸ਼ਰਮਸਾਰ ਕਰਨ ਵਾਲੀ ਗੱਲ ਹੈ। ਔਰ ਸਾਨੂੰ ਲੱਗਦਾ ਹੈ ਕਿ ਡਾਕਟਰਾਂ ਨੂੰ ਜ਼ਰੂਰ ਚਾਹੀਦਾ, ਹਸਪੀਟਲ ਨੂੰ ਜ਼ਰੂਰ ਚਾਹੀਦਾ ਕਿ ਇੱਕ ਪ੍ਰੋਟੋਕੋਲ ਬਣਾਇਆ ਜਾਏ, ਉਸ ਪ੍ਰੋਟੋਕੋਲ ਦੇ ਥਰੂ ਹੀ ਸਾਰੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਜਾਏ। आखिरी एक मिनट में जरूर रचना जी ਨੂੰ ਦਵਾਂਗਾ और डॉक्टर कवलजीत कौर जी ਨੂੰ ਦਵਾਂਗਾ कि अपने इस पूरे वाक्य ਨੂੰ ਸੁਣਨ ਤੋਂ ਬਾਅਦ ਇੱਕ ਆਖਰੀ ਕਮੈਂਟ ਤੁਸੀਂ ਜ਼ਰੂਰ ਪਾਸ ਕਰੋ, ਕਿਉਂਕਿ ਮੈਂ ਨਹੀਂ ਚਾਹਦਾ ਕਿ ਅਸੀਂ ਪੂਰੀ ਇੰਡੀਆ ਤੇ ਅਸੀਂ ਪੂਰੇ ਭਾਰਤ ਤੇ ਅਸੀਂ ਇਲਜ਼ਾਮ ਲਗਾਈਏ, ਪੂਰੇ ਭਾਰਤ ਦੇ ਡਾਕਟਰਸ ਤੇ ਅਸੀਂ ਇਲਜ਼ਾਮ ਲਗਾਈਏ, ਹੈਲਥ ਡਿਪਾਰਟਮੈਂਟ ਤੇ ਅਸੀਂ ਇਲਜ਼ਾਮ ਲਗਾਈਏ, ਪਰ ਇਹ ਸਾਨੂੰ ਜ਼ਰੂਰ ਕਹਿਣਾ ਪੜਦਾ ਹੈ ਕਿ ਵਾਕਈ ਇਹ ਜਿਹੜਾ ਪੈਂਡੇਮਿਕ ਸਾਡੇ ਲਈ ਸਾਰਿਆਂ ਦੇ ਸਾਹਮਣੇ ਹੈਗਾ, ਇਸ ਨੂੰ ਸਾਨੂੰ ਸੋਚਣ ਦੀ ਜ਼ਰੂਰਤ ਹੈ, ਵਿਚਾਰਨ ਦੀ ਜ਼ਰੂਰਤ ਹੈ, ਤਾਂ ਜੋ ਗੁਰਲੀਨ ਕੌਰ ਜੀ ਵਰਗੇ ਹੋਰ ਕਈ ਹਜ਼ਾਰਾਂ ਪੇਸ਼ੈਂਟਸ ਹਾਲੇ ਵੀ ਲਾਈਨ ਦੀ ਵਿੱਚ ਖੜੇ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਏ। ਰਚਨਾ ਜੀ ਕੀ ਕਹੋਗੇ ਆਖਰੀ ਸ਼ਬਦ? ਜੋ ਵੀ ਵਾਪਰ ਰਿਹਾ ਹੈ ਔਰ ਬਹੁਤ ਜ਼ਿਆਦਾ ਜਿਵੇਂ ਦੀ ਖਬਰਾਂ ਆ ਰਹੀਆਂ ਹੈਗੀਆਂ, ਔਰ ਹੈਲਥ ਡਿਪਾਰਟਮੈਂਟ ਵਾਲੇ ਜਿਹੜੇ ਡਾਕਟਰਸ ਹੈ ਆਪ ਅੰਡਰ ਅਟੈਕ ਹੈਗੇ, ਕਈ ਥਾਂ ਤੇ ਨਰਸਿਸ, ਡਾਕਟਰਸ, ਜਿਵੇਂ ਪਹਿਲਾਂ ਵੀ ਇੱਕ ਐਗਜ਼ਾਮਪਲ ਦਿੱਤਾ ਕਵਲਜੀਤ ਹੋਰਾਂ ਨੇ ਵੀ ਕਿ ਹਾਊ ਦੇ ਆਰ ਬੀਇੰਗ ਟ੍ਰੀਟਡ। ਇਟਸ ਅ ਵੈਰੀ ਸੈਡ ਸਟੇਟ ਐਂਡ ਉਹੀ ਗੱਲ ਸਿਰਫ ਉੱਥੇ ਹੀ ਆ ਜਾਂਦੀ ਹੈ, ਲੈਕ ਆਫ ਐਜੂਕੇਸ਼ਨ, ਲੈਕ ਆਫ ਪ੍ਰੋਪਰ ਬਰੀਫਿੰਗਸ ਜਿਹੜੀਆਂ ਚੱਲ ਰਹੀਆਂ। ਮੈਂ ਜਾਣਦੀ ਹਾਂ ਭਾਰਤ ਬਹੁਤ ਵੱਡਾ ਮੁਲਕ ਹੈ, ਇਟਸ ਅ ਵੈਰੀ ਡਾਈਵਰਸ ਮੁਲਕ, ਬਹੁਤ ਜ਼ਿਆਦਾ, ਪਰ ਹੈ ਕਿ ਉਹਨਾਂ ਕੋਲ ਬਹੁਤ ਜਰੀਆ ਹੈਗਾ, WhatsApp ਗਰੁੱਪਸ ਚੱਲਦੇ ਹੈ, ਤੁਹਾਡੇ ਇੰਨੇ TV ਚੈਨਲਸ ਹੈਗੇ ਹੈ, ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਦੇਣੀ ਤੁਹਾਡੇ ਲਈ ਬਹੁਤ ਹੀ ਆਸਾਨ ਹੈਗੀ ਹੈ ਜੇ ਕੰਸਿਸਟੈਂਟ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੋਗੇ। ਹੁਣ ਜਿਵੇਂ ਬਾਕੀ ਹੈ ਨਾ ਮੁਲਕਾਂ 'ਚ, ਜੇ ਮੈਂ ਦੇਖ ਰਹੀ ਹਾਂ ਕੈਨੇਡਾ ਐਗਜ਼ਾਮਪਲ ਦੇ ਕੇ, ਕਿ ਬਹੁਤ ਹੀ ਕੰਸਿਸਟੈਂਟ ਫਰਮ day one it's a consistent information that is being given to the public। ਵੇਵਰ ਨਹੀਂ ਹੋ ਰਹੇ ਹੈਗੇ, ਪੈਨਿਕ ਦਾ ਮਾਹੌਲ ਨਹੀਂ ਕ੍ਰੀਏਟ ਕੀਤਾ ਜਾ ਰਿਹਾ। ਐਂਜ਼ਾਈਟੀ ਤਾਂ ਆਲਰੇਡੀ ਸਮਾਜ ਵਿੱਚ ਇੱਥੇ ਵੀ ਬਹੁਤ ਹੈਗੀ ਹੈ, ਪਰ ਐਂਜ਼ਾਈਟੀ ਨੂੰ ਜ਼ਿਆਦਾ ਟੂਲ ਇਹ ਨਹੀਂ, ਉਹਨੂੰ ਹੋਰ ਵਧਾਇਆ ਨਹੀਂ ਜਾ ਰਿਹਾ। ਦਿਸ ਇਜ਼ ਵਟ ਵੀ ਵਾਂਟ ਫਰਮ ਦੇਅਰ, ਐਂਡ ਮੈਂ ਚਾਹੂੰਗੀ ਕਿ ਜਿਹੜੇ ਉੱਥੇ ਜਿੰਨੇ ਵੀ ਲੀਡਰਸ਼ਿਪ ਰੋਲਸ ਵਿੱਚ ਲੁਕੀ ਹੈ, they should be listening to this, and ਕੋਈ ਨਾ ਕੋਈ ਜੇ ਉਹਨਾਂ ਤੱਕ ਐਗਜ਼ਾਮਪਲਸ ਉਹਨਾਂ ਨੂੰ ਵੀ ਮਿਲ ਰਹੇ ਹੈਗੇ ਹੈ to find out some way to provide that education। ਤੁਹਾਡੇ ਤੋਂ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਆਖਰੀ ਕਮੈਂਟਸ ਤੁਹਾਡੇ ਕੀ ਹੋਣਗੇ ਇਸ ਪੂਰੇ ਵਾਕਿਆ ਨੂੰ ਸੁਣਨ ਤੋਂ ਬਾਅਦ। काफी रचना जी ने ऑलरेडी कहता, लेकिन मेडिकल तौर तो मैं कहांगी कि भाई दे हैव टू बी एजुकेटेड कि भाई टेस्ट आर नॉट वेरी एक्यूरेट ईदर, है ना। तो टेस्ट कभी पॉजिटिव हो सकता है, false positive, false negative, there are many are coming and they are not very authentic है जड़े, because these tests जड़े बनाए गए ने, the kits जड़े बनाए गए ने, एजेंसीज जड़े क्रिएट किए गए ना, वो FDA ज़्यादा अप्रूव नहीं है, because they have been given the liberty कि भाई FDA अप्रूव करने वास्ते उन्होंने काफी टाइम चाहिए कि तू जो भी निकलता निकाली जाओ। तो many of them 20 as much as 80% there are some reports ki they are not accurate। ਤੇ ਟੈਸਟ ਕਰਾ ਕੇ ਕਿਸੇ ਨੂੰ ਨੈਗੇਟਿਵ ਆ ਗਿਆ, ਪੋਜ਼ਿਟਿਵ ਆ ਗਿਆ, ਉਸ ਨਾਲ ਕੋਈ ਰਿਲੀਫ, ਇਟਸ ਸਿੰਪਟਮਸ ਹੀ ਦੇਖਣੇ ਨੇ ਐਂਡ ਐਜੂਕੇਸ਼ਨ। ਐਂਡ ਸਾਡੇ ਨਾ ਉੱਥੇ ਜਿਤਨੇ डॉक्टर उत्थे काफी रिसर्च हो रही है और उत्थे काफी बहुत अच्छे डॉक्टर्स ने, आई मीन देयर
ਫੋਰਨ ਐਜੂਕੇਟਡ ਇੱਥੋਂ ਪੜ੍ਹ ਕੇ ਗਏ ਨੇ ਅੱਛੇ ਡਾਕਟਰਸ ਨੇ, ਉੱਥੇ ਪਾਲਿਸੀ ਠੀਕ ਨਹੀਂ ਸਾਡੀ, ਤੇ ਜਿਹੜੇ ਵੱਡੇ ਡਾਕਟਰ ਵੱਡੇ ਹਸਪੀਟਲ ਉਸ 'ਚ ਫਿਰ ਵੀ ਕਾਫੀ ਹੋ ਰਿਹਾ ਵੇ, ਲੇਕਿਨ ਇਹ ਜਿਨ੍ਹਾਂ ਨੂੰ ਇਹਨਾਂ ਨੂੰ ਲੈ ਕੇ ਗਿਆ ਗਿਆ ਕਿ ਜਿਹੜਾ ਗਵਰਨਮੈਂਟ ਹਸਪੀਟਲ ਔਰ ਸਮਥਿੰਗ, ਤਾਂ ਉਸ ਲੈਵਲ ਤੇ ਇਹਨਾਂ ਨੇ ਦੱਸ ਹੀ ਦਿੱਤਾ ਕੀ ਹੁੰਦਾ ਪਿਆ। ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਆਲ ਓਵਰ ਦ ਇੰਡੀਆ। ਇਹ ਤੇ ਕਿਤਨੇ ਹਾਲੇ ਪੜ੍ਹੇ ਲਿਖੇ सोसाइटी ਵਿੱਚ ਨੇ, नीचे देख लो की होता होएगा। लोग आम some of the dead bodies are sitting around the open grounds. This is inhuman. साडे अपनी गलती है, गरीबी उत्थे हैगी है, लेकिन education is much more needed. ਅਸੀਂ ਆਪਸ ਵਿੱਚ ਹੀ ਮਿਲਵਰਤਨ ਕਰਕੇ ਚੱਲੀਏ, ਕਿਉਂਕਿ ਅੱਜ ਦਾ ਸਮਾਂ ਹਮਦਰਦੀ ਦਾ ਸਮਾਂ ਹੈ ਔਰ ਅੱਜ ਦਾ ਸਮਾਂ ਇਹ ਹੈ ਕਿ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ, ਪਰ ਸੋਸ਼ਲ ਡਿਸਟੈਂਸਿੰਗ, ਜੀ ਹਾਂ, ਮੋਢੇ ਨਾਲ ਮੋਢਾ ਜੋੜ ਕੇ ਮਤਲਬ ਸਿਰਫ ਇਹੀ ਹੈ ਕਿ ਤੁਸੀਂ ਕਿਸੇ ਦਾ ਸਹਾਰਾ ਬਣੋ, ਦੂਰ ਰਹਿ ਕੇ ਸਹਾਰਾ ਬਣੋ, ਕਿਸੇ ਨਾਲ ਘੱਟੋ ਘੱਟ ਹਮਦਰਦੀ ਜ਼ਰੂਰ ਜ਼ਾਹਰ ਕਰੋ। ਜੇਕਰ ਕਿਉਂਕਿ ਅਸੀਂ ਉਸਨੂੰ ਹੱਥ ਲਗਾ ਕੇ ਉਸ ਨਾਲ ਹਮਦਰਦੀ ਜ਼ਾਹਰ ਨਹੀਂ ਕਰ ਸਕਦੇ, ਸਾਨੂੰ ਸੋਸ਼ਲ ਡਿਸਟੈਂਸਿੰਗ ਜ਼ਰੂਰ ਬਣਾ ਕੇ ਰੱਖਣੀ ਹੈ। ਔਰ ਗੁਰਲੀਨ ਕੌਰ ਜੀ, ਤੁਹਾਡੇ ਵਰਗੇ ਸ਼ਖਸੀਅਤਾਂ ਨੂੰ ਅੱਜ ਮੈਂ ਸਲੂਟ ਕਰਦਾ, ਕਿਉਂਕਿ ਕਿਤੇ ਨਾ ਕਿਤੇ ਤੁਸੀਂ ਜੋ ਦੱਸਿਆ, ਜੋ ਅਸਲੀਅਤ ਦੱਸੀ, ਉਹ ਅੱਜ ਬਹੁਤ ਜ਼ਰੂਰੀ ਹੈ ਕਿ ਹੋਰਨਾਂ ਲੋਕਾਂ ਦੇ ਜ਼ਰੀਏ ਇਹ ਪਤਾ ਚਲੇ, ਕਿਉਂਕਿ ਬਹੁਤ ਘੱਟ ਲੋਕ ਨੇ ਜੋ ਸੁਸਾਇਟੀ ਦੇ ਖਿਲਾਫ ਖੁੱਲ ਕੇ ਬੋਲ ਪਾਉਂਦੇ ਨੇ, ਜੋ ਉਹਨਾਂ ਨਾਲ ਹੋ ਰਿਹਾ ਹੈ ਉਹ ਖੁੱਲ ਕੇ ਬੋਲ ਪਾਉਂਦੇ ਨੇ, ਔਰ ਤੁਸੀਂ ਇਹ ਹਿੰਮਤ ਕੀਤੀ ਹੈ, ਬਾਕੀ ਤੁਹਾਨੂੰ ਸਲਾਮ ਹੈ। ਔਰ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਰਚਨਾ ਸਿੰਘ ਜੀ ਦਾ, ਨਾਲ ਹੀ ਡਾਕਟਰ ਕਵਲਜੀਤ ਕੌਰ ਜੀ ਦਾ, ਜਿਨ੍ਹਾਂ ਨੇ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ। ਮੈਨੂੰ ਪਤਾ ਹੈ ਕਿ ਅੱਜ ਡਾਕਟਰ ਕਵਲਜੀਤ ਜੀ ਤੁਹਾਡਾ ਸਮਾਂ ਬਹੁਤ ਜ਼ਰੂਰੀ ਹੈ, ਪੇਸ਼ੈਂਟਸ ਤੁਹਾਡੇ ਉਡੀਕ ਵਿੱਚ ਨੇ, ਪਰ ਸਾਨੂੰ ਸਮਾਂ ਤੁਸੀਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਆਖਰ ਕੋਰੋਨਾ ਦਾ ਖੌਫ ਕਿੰਨਾ ਸਹੀ ਹੈ ਅਤੇ ਕਿੰਨਾ ਗਲਤ ਹੈ, ਤੁਹਾਡੀਆਂ ਨਜ਼ਰਾਂ ਸਾਹਮਣੇ ਰੱਖਣਾ ਚਾਹੁੰਦੇ ਸੀ। ਜੇਕਰ ਤੁਹਾਡੇ ਵੀ ਸੁਸਾਇਟੀ ਦੇ ਆਸ-ਪਾਸ ਕਿਸੇ ਨੂੰ ਕੁਆਰੰਟਾਈਨ ਕੀਤਾ ਗਿਆ ਤਾਂ ਉਸ ਨਾਲ ਹਮਦਰਦੀ ਜ਼ਾਹਰ ਕਰੋ। ਜ਼ਰੂਰੀ ਨਹੀਂ ਹੈ ਕਿ ਉਸ ਨਾਲ ਤੁਸੀਂ ਸਿਰਫ ਇੱਕ ਵਿਤਕਰਾ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ, ਬਲਕਿ ਉਹ ਵੀ ਇੱਕ ਬਿਮਾਰੀ ਦੀ ਨਾਲ ਲੜ ਰਹੇ ਨੇ, ਔਰ ਇਹੀ ਦੁਆ ਕਰੋ ਕਿ ਉਹਨਾਂ ਦਾ ਟੈਸਟ ਜੋ ਹੈ ਉਹ ਨੈਗੇਟਿਵ ਆਏ। ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਦੇ ਲਈ। ਤੁਸੀਂ ਵੇਖਦੇ ਸੀ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ।